सतनाम करता पुरख निरभव निर्वैर अकाल मूरत अजूनी सैभं गुर प्रसाद। धन धन गुरु ग्रंथ साहब जी महाराज, धन गुरु गोबिंद सिंह साहिब सच्चे पातशाह, नजर करनी पातशाह दरवेश, धन गुरु नानक साहब हजूर। भूल छिमो हमरी प्रभापन, भूलनहार कहाँ को मसो। जन परोपकारी आए, जी दान दे भगती लायन, हर स्यों लैन मिलाए। वाहिगुरू जी का खालसा, वाहिगुरू जी की फतेह। आसातीवाद दी इस निराली प्रेम भरी बाणी दे दर्शन पहली पातशाही गुरु नानक साहब हजूर, गुरु अंगद साहब महाराज के दर्शन इस बाणी के जरिए असी कर रहे हैं। हजूर की कृपा रहे, नजर रहे, बाणी की विचार मन विच उतर सके, मन विच बाणी का प्रतिबिंब रंग चढ़ पाए। जीवन की है, किवें बनता है, जीवन की चाबी की है, किस तरह असी जीवन नूं जान पावांगे। मैं की हाँ और इस मैं नूं सुलझाण दा की रस्ता है। दुख दा की कारण है महाराज, दुख किवें जाएगा। ये बड़े गहन और गंभीर प्रश्न हैं जीवन दे। इस 7वीं पौड़ी दे विच हजूर सानू यही गल्लां समझा रहे हैं। जिन्ना भी असी इनू समझ पाइए तो शायद कुछ जीवन अमल वर टुर पवे। एक बहते दरिया की तरह जीवन चल रहा है। बाणी एक थम है, थिर होने का एक रस्ता है, जिथे रुक के असी जीवन नूं पूरी तरह देख सकते हैं। जीवन दे राह बारे विचार कर सकते हैं। महाराज कृपा करन, हजूर अपनी नजर करन। कारण की हम जीवन दे, कौन कर रहा है जीवन नूं, करीम किथे है महाराज। मेरी ए अनेक उलझना दे इस पदे दे विच जवाब छिपे हैं। कोई वीर भैन इस 7वीं पौड़ी दे श्लोक पढ़दे, फिर यदि विचार विच उतरदे हाँ। महाराज दी नजर और कृपा रहे। धन्यवाद। वाहिगुरू जी। श्लोक महला पहला। हों विच आया, हों विच गया, हों विच जम्या, हों विच मूआ, हों विच दिता, हों विच लिया, हों विच खटिया, हों विच गया, हों विच सचियार कुड़ियार, हों विच पाप पुन विचार, हों विच नरक सुरग अवतार, हों विच हसै, हों विच रोवै, हों विच भरियै, हों विच धोवै, हों विच जाति जिनसी खोवै, हों विच मूर्ख, हों विच सियाणा, मुख मुकत की सार न जाना, हों विच माया, हों विच छाया, हों मैं कर कर जंत उपाया,
ਹਉਮੈ ਬੁਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਤ ਕਤ ਲੂਝੈ। ਨਾਨਕ ਹੁਕਮੀ ਲਿਖਿਐ ਲੇਖ, ਜਿਹਾ ਵੇਖੇ ਤੇਹਾ ਵੇਖ। ਮਹਿਲਾ ਦੂਜਾ। ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਏ। ਹਉਮੈ ਏਹੀ ਬੰਧਨਾ, ਫਿਰ ਫਿਰ ਜੋਨੀ ਪਾਏ। ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਏ ਜਾਏ। ਹਉਮੈ ਇਹੋ ਹੁਕਮ ਹੈ, ਪਈਐ ਕਿਰਤ ਫਿਰਾਏ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨੋ, ਇਤ ਸੰਜਮ ਦੁਖ ਜਾਏ। ਪੌੜੀ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ। ਉਨੀ ਮੰਦੇ ਪੈਰ ਨ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੈ ਚੜ੍ਹੇ ਸਵਾਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਡਿਆਈ ਵੱਡਾ ਪਾਇਆ। ਅਸੀਂ ਜੀਵਨ ਨੂੰ ਇੱਕ ਜਰਨੀ ਦੀ ਤਰ੍ਹਾਂ ਦੇਖੀ, ਇੱਕ ਸਫ਼ਰ ਹੈ। ਅਸੀਂ ਇਸ ਸਫ਼ਰ ਵਿੱਚ ਚੱਲ ਰਹੇ ਹਾਂ, ਔਰ ਇਸ ਸਫ਼ਰ ਦੇ ਵਿੱਚ ਜੋ ਐਕਸਪੀਰੀਅੰਸ ਹੈ, ਉਹਦੇ ਸੁੱਖ ਔਰ ਦੁੱਖ ਦੇ ਵਿੱਚ ਅਸੀਂ ਬਹਿ ਰਹੇ ਹਾਂ। ਜਿਵੇਂ ਸਮਝੀਏ ਕਿ ਅਸੀਂ ਇੱਕ ਵਹੀਕਲ ਦੇ ਵਿੱਚ ਬੈਠ ਗਏ। ਹੁਣ ਉਹਦੇ ਬਹਾਵ ਦੇ ਵਿੱਚ, ਉਸ ਦੀ ਟਰੈਵਲ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਉਹੀ ਜੀਵਨ ਹੈ। ਪਰ ਇਸ ਵਹੀਕਲ ਤੇ ਬਾਹਰ ਕੀ ਹੈ, ਉਹ ਸਾਨੂੰ ਗਿਆਨ ਨਹੀਂ ਹੈ, ਕਿਉਂਕਿ ਕਦੇ ਇਹ ਰੁਕਦਾ ਨਹੀਂ ਹੈ। ਰੁਕਾਂਗੇ ਤਾਂ ਦੇਖਾਂਗੇ ਕਿ ਬਾਹਰ ਪੂਰੀ ਤਰ੍ਹਾਂ ਕੀ ਹੈ। ਚਲਦੇ ਹੋਏ ਵਿੱਚ ਕੁਝ ਨਹੀਂ ਦਿਖ ਰਿਹਾ। ਇਸ ਸਫ਼ਰ ਦੇ ਅੰਦਰ ਸੁੱਖ ਹੈ, ਦੁੱਖ ਹੈ, ਮਾਨ ਹੈ, ਅਪਮਾਨ ਹੈ, ਸਭ ਦੁਆਇਤ ਦੇ ਵਿੱਚ ਚੱਲ ਰਿਹਾ ਹੈ। ਜੀਵਨ ਵੀ ਔਰ ਮੌਤ ਵੀ ਇਕੱਠੇ ਇਕੱਠੇ ਸਾਡੇ ਨਾਲ ਵਰਤ ਰਿਹਾ ਹੈ। ਪਰ ਇਸ ਸਫ਼ਰ ਦੇ ਬਾਹਰ ਐਸਾ ਕੁਝ ਵੀ ਨਹੀਂ ਹੈ। ਨਾ ਉੱਥੇ ਦੁੱਖ ਹੈ, ਨਾ ਉੱਥੇ ਮੌਤ ਹੈ, ਨਾ ਉੱਥੇ ਪਰੇਸ਼ਾਨੀ ਹੈ, ਟੈਂਸ਼ਨ ਹੈ, ਪ੍ਰੈਸ਼ਰ ਹੈ। ਇਹ ਸਭ ਕੁਝ ਉਹਦੇ ਬਾਹਰ ਨਹੀਂ ਹੈ। ਪਰ ਇਸ ਸਫ਼ਰ ਨੂੰ ਰੋਕ ਕੇ ਉਸ ਅਵਸਥਾ ਵਿੱਚ ਕਿਵੇਂ ਜਾਈਏ, ਇਹ ਸਾਨੂੰ ਗਿਆਨ ਨਹੀਂ ਹੈ। ਸਾਨੂੰ ਇਹ ਵੀ ਗਿਆਨ ਨਹੀਂ ਹੈ ਕਿ ਇਸ ਸਫ਼ਰ ਦੇ ਬਾਹਰ ਕੀ ਹੈ। ਕੇਵਲ ਇਸ ਸਫ਼ਰ ਦਾ ਸਾਨੂੰ ਗਿਆਨ ਹੈ, ਔਰ ਉਸ ਦੇ ਵਿੱਚ ਵੀ ਅਸੀਂ ਡਿਸਟਰੈਕਟਡ ਹੀ ਰਹਿੰਦੇ ਹਾਂ। ਸੁੱਖ ਦਾ ਸਮਾਂ ਆਉਂਦਾ ਹੈ, ਅਸੀਂ ਜੀਵਨ ਨੂੰ ਬਹੁਤ ਆਨੰਦ ਨਾਲ ਬਿਤਾ ਦਿੰਦੇ ਹਾਂ। ਜਲਦ ਹੀ ਬੀਤ ਜਾਂਦਾ ਹੈ। ਫਿਰ ਸੁੱਖ ਦੇ ਨਾਲ ਦੁੱਖ ਵੀ ਆਏਗਾ, ਔਰ ਦੁੱਖ ਦੇ ਕਾਰਨ ਕਰਕੇ ਫਿਰ ਅਸੀਂ ਸਮਾਂ ਜਿਵੇਂ ਰੁਕ ਗਿਆ ਹੋਏ, ਉਹ ਫਿਰ ਸਾਨੂੰ ਵਰਤਣਾ ਪੈਂਦਾ ਹੈ। ਉਦੋਂ ਅਸੀਂ ਡਿਸਟਰੈਕਟ ਕਰਨਾ ਚਾਹੁੰਦੇ ਹਾਂ ਆਪਣੇ ਆਪ ਨੂੰ। ਜਿਵੇਂ ਅਸੀਂ ਕਹਿੰਦੇ ਹਾਂ
ਮੈਂ ਬੋਰ ਹੋ ਗਿਆ। ਬੋਰ ਕਿਵੇਂ ਹੋ ਗਿਆ? ਕਿਹੜੀ ਸ਼ਕਤੀ ਤੋਂ ਟੁੱਟ ਗਿਆ ਤਾਂ ਬੋਰ ਹੋ ਗਿਆ? ਮਨ ਕਿੱਥੇ ਸੀ? ਮਨ ਜੁੜਿਆ ਨਹੀਂ ਕਿਸੇ ਆਨੰਦਿਤ ਅਵਸਥਾ ਨਾਲ, ਇਹੀ ਬੋਰ ਕਵਾਂਗੇ। ਤਾਂ ਫਿਰ ਮਨ ਕਿੱਥੇ ਸੀ? ਮਨ ਸ਼ਕਤੀ ਤੋਂ ਨਹੀਂ ਜੁੜਿਆ ਸੀ। ਇਹ ਜਿਹੜਾ ਸਫ਼ਰ ਹੈ, ਇਸ ਨੂੰ ਅਸੀਂ ਹਉਮੈ ਕਹਿ ਦਿੰਦੇ ਹਾਂ। ਹਉਮੈ ਇੱਕ ਆਈਡੈਂਟੀਟੀ। ਮੈਂ ਇਸ ਨੂੰ ਡਿਫਾਈਨ ਕਰਦਾ, ਆਈਡੈਂਟੀਟੀ ਤੁਹਾਡੀ, ਮੇਰੀ, ਸਭ ਦੀ। ਉਸ ਆਈਡੈਂਟੀਟੀ ਦੇ ਨਾਲ ਬਹੁਤ ਕੁਝ ਰਿਲੇਟਡ ਹੈ। ਮੇਰਾ ਜਨਮ, ਮੇਰਾ ਮਰਨਾ, ਉਹਦੇ ਵਿੱਚ ਜੋ ਵਰਤ ਰਿਹਾ ਹੈ, ਸਰੀਰ ਮੈਂ ਹਾਂ, ਕਿਵੇਂ ਮੈਂ ਰਿਐਕਟ ਕਰਦਾ ਹਾਂ, ਕਿਵੇਂ ਮੈਂ ਬੋਲਦਾ ਹਾਂ, ਕਿਵੇਂ ਮੈਂ ਸੁਣਦਾ ਹਾਂ, ਕਿਵੇਂ ਮੈਂ ਦਿੰਦਾ ਹਾਂ, ਕਿਵੇਂ ਮੈਂ ਲੈਂਦਾ ਹਾਂ, ਕਿਵੇਂ ਮੈਂ ਕਿਸੇ ਕਾਰਜ ਨੂੰ ਕਰਦਾ ਹਾਂ, ਮੇਰੇ ਓਪੀਨੀਅਨਸ ਕੀ ਹਨ, ਮੇਰੇ ਦੋਸਤ ਮਿੱਤਰ, ਪਰਿਵਾਰ, ਸਾਥ ਸੰਗੀ, ਕਾਰੋਬਾਰ, ਸੋਸਾਇਟੀ, ਸਾਰਾ ਕੁਝ ਮਿਲਾ ਲਈਏ, ਇਹੀ ਜੀਵਨ ਹੈ। ਇਸ ਜੀਵਨ ਦਾ ਐਕਸਪੀਰੀਅੰਸ ਕਿੱਥੇ ਵਰਤ ਰਿਹਾ? ਇਹਦੀ ਪ੍ਰੋਸੈਸਿੰਗ ਸਾਰੀ ਮੇਰੇ ਮਨ ਦੇ ਵਿੱਚ ਹੋ ਰਹੀ ਹੈ। ਮੈਂ ਮਨ ਵਿੱਚ ਪ੍ਰੋਸੈਸ ਕਰ ਰਿਹਾ ਹਾਂ ਜੋ ਮੇਰਾ ਐਕਸਪੀਰੀਅੰਸ ਹੈ, ਚੰਗਾ ਹੈ ਜਾਂ ਮਾੜਾ ਹੈ। ਉਸ ਤਰ੍ਹਾਂ ਫਿਰ ਮੈਂ ਜੀਵਨ ਨੂੰ ਦੇਖਦਾ ਹਾਂ। ਮੈਂ ਰਿਲੈਕਸਡ ਹਾਂ ਤਾਂ ਮੈਂ ਹੋਰ ਤਰ੍ਹਾਂ ਜੀਵਨ ਨੂੰ ਸਮਝਦਾ ਹਾਂ। ਮੈਂ ਪ੍ਰੈਸ਼ਰਡ ਹਾਂ, ਟੈਂਸ ਹਾਂ ਤਾਂ ਮੈਂ ਜੀਵਨ ਨੂੰ ਹੋਰ ਤਰ੍ਹਾਂ ਦੇਖ ਰਿਹਾ ਹਾਂ। ਪਰ ਇਹ ਸਭ ਕੁਝ ਵਰਤ ਰਿਹਾ ਹੈ ਹਉਮੈ ਕਰਕੇ। ਮਹਾਰਾਜ ਨੇ ਇਸ ਪਦੇ ਵਿੱਚ ਇੱਕ ਪੰਕਤੀ ਵਿੱਚ ਕਿਹਾ ਹੈ ਕਿ ਹਉਮੈ ਬੂਝੇ ਤਾਂ ਦਰ ਸੂਝੇ। ਹਉਮੈ ਨੂੰ ਜਦੋਂ ਜਾਣ ਲਵਾਂਗੇ ਕਿ ਇਹਦਾ ਸਟਰਕਚਰ ਕੀ ਹੈ, ਬੁੱਝ ਲਵਾਂਗੇ ਇਹ ਕੀ ਹੈ, ਤਾਂ ਫਿਰ ਸਾਨੂੰ ਸਮਝ ਆਏਗਾ ਕਿ ਉਹਦਾ ਦਰਵਾਜ਼ਾ ਕੀ ਹੈ। ਇੱਕ ਮੇਰੀ ਬੇਨਤੀ ਹੈ, ਇਸ ਪਦੇ ਨੂੰ ਅਸੀਂ ਗਹਿਨ ਰੂਪ ਨਾਲ ਵਿਚਾਰੀਏ। ਇਹ ਜੀਵਨ ਬਦਲ ਸਕਦਾ ਹੈ। ਇਹ ਮੈਨੂੰ ਜੀਵਨ ਬਾਰੇ ਗਿਆਨ ਦੇ ਸਕਦਾ ਹੈ, ਸਮਝਾ ਸਕਦਾ ਹੈ ਕਿ ਜੀਵਨ ਹੈ ਕੀ। ਪਰ ਇਹ ਸਿਰਫ ਅੱਖਰਾਂ ਨਾਲ ਨਹੀਂ ਸਮਝ ਆਏਗਾ। ਜਿਵੇਂ ਹਜ਼ੂਰ ਨੇ ਪਹਿਲੇ ਕਿਹਾ ਹੈ ਸਾਨੂੰ, ਗੱਲੀ ਕਿਨੇ ਨਾ ਪਾਇਆ। ਕੇਵਲ ਗੱਲਾਂ ਨਾਲ, ਵਿਚਾਰਾਂ ਨਾਲ ਨਹੀਂ ਮਿਲਦਾ ਹੈ। ਇਹ ਵਿਚਾਰਾਂ ਤੋਂ ਮਨ ਨੂੰ ਸਟਿਮੂਲੇਟ ਹੋ ਕਰ ਇਹਦੀ ਅਮਲ ਦੇ ਵਿੱਚ ਉਤਰਨਾ ਪਏਗਾ। ਇਹਦੇ ਪੂਰੀ ਤਰ੍ਹਾਂ ਦੇ ਐਕਸਪੀਰੀਅੰਸ ਨੂੰ ਜਾਣਨ ਵਾਸਤੇ ਇਸ ਮਨ ਦੇ ਨਾਲ ਉਲਝਣਾ ਪਏਗਾ, ਕਰਨਾ ਪਏਗਾ ਕੁਝ। ਬਿਨਾਂ ਕਰੇ, ਬਿਨਾਂ ਅਮਲ ਕੀਤੇ ਇਹ ਭੇਦ ਨਹੀਂ ਖੁੱਲੇਗਾ। ਔਰ ਇਹ ਜਿਹੜਾ ਸਫ਼ਰ ਹੈ ਸੁੱਖ ਔਰ ਦੁੱਖ ਦਾ, ਇਹੀ ਕਵਾਂਗੇ, ਕਦੇ ਸੁੱਖ ਕਦੇ ਦੁੱਖ, ਮਾਨ ਅਪਮਾਨ ਔਰ ਅਨੇਕ ਹੀ ਹੋਰ ਐਕਸਪੀਰੀਐਂਸਿਸ। ਇਹ ਫਿਰ ਇੱਕ ਅਨਐਂਡਿੰਗ ਤਰੀਕੇ ਨਾਲ ਬਹਿੰਦਾ ਹੀ ਰਹੇਗਾ। ਇਸ ਤੋਂ ਕੋਈ escape ਨਹੀਂ ਹੈ। ਅਗਰ ਉਹਦਾ ਕੋਈ escape ਹੈ, ਅਗਰ ਉਹਦਾ ਕੋਈ ਦਰਵਾਜ਼ਾ ਹੈ, ਤਾਂ ਇਹ ਹਉਮੈ ਨੂੰ ਜਾਣ ਲੈਣਾ ਔਰ ਉਸ ਤੋਂ ਪਾਰ ਚਲੇ ਜਾਣਾ ਉਹਦਾ ਦਰਵਾਜ਼ਾ ਹੈ। ਗੁਰਦੁਆਰੇ, ਗੁਰੂ ਦਾ ਦਵਾਰ ਕੀ ਹੈ ਮਹਾਰਾਜ? ਹਉਮੈ ਬੂਝੇ ਤਾਂ ਦਰ ਸੂਝੇ। ਗੁਰੂ ਨਾਨਕ ਸਾਹਿਬ ਨਾਲ ਬੈਠੇ ਹਾਂ, ਮਹਾਰਾਜ ਕੋਲ ਬੈਠ ਕੇ ਮਹਾਰਾਜ ਦੀ ਬਾਣੀ ਵਿਚਾਰ ਰਹੇ ਹਾਂ। ਜੀਵਨ ਸਮਝ ਆ ਸਕਦਾ ਹੈ ਕੀ ਹੈ ਵਿਚਾਰਾਂ ਵਿੱਚ, ਪਰ ਉਤਰਨਾ ਪਏਗਾ ਸ਼ਬਦ ਦੇ ਧਿਆਨ ਦੇ ਵਿੱਚ।
ਇਹ ਦੋਨੋਂ ਇੱਕ ਵੱਖਰੇ ਵੱਖਰੇ ਚੈਪਟਰਸ ਹਨ ਜੀਵਨ ਦੇ। ਮੈਂ ਕਹਿ ਸਕਦਾ ਮੈਨੂੰ ਸਮਝ ਆ ਗਿਆ ਕਿ ਮਨ ਕਿਵੇਂ ਹੈ। ਜਿਵੇਂ ਕਿਸੇ ਨੇ ਮੈਨੂੰ ਕਹਿ ਦਿੱਤਾ ਪਾਣੀ H2O ਹੈ, ਹਾਈਡਰੋਜਨ ਔਰ ਆਕਸੀਜਨ ਦੇ ਐਟਮਸ ਦਾ ਮਿਲਨ ਕਰਕੇ ਪਾਣੀ ਬਣਦਾ ਹੈ, ਮੋਲੀਕਿਊਲਸ ਕਰਕੇ ਪਾਣੀ ਬਣਦਾ ਹੈ। ਇਹ ਗਿਆਨ ਹੈ। ਪਰ ਪਾਣੀ ਨੂੰ ਪੀ ਲੈਣਾ ਹੀ ਪਾਣੀ ਨੂੰ ਜਾਣਨਾ ਹੈ। ਉਹਦਾ ਟੇਸਟ ਕੀ ਹੈ, ਉਹਦਾ ਨੇਚਰ ਕੀ ਹੈ, ਉਹਦਾ ਐਕਸਪੀਰੀਅੰਸ ਕੀ ਹੈ ਮੇਰੇ ਨਾਲ। ਐਵੇਂ ਹੀ ਐਸੇ ਪਦਿਆਂ ਵਿੱਚ ਹਜੂਰ ਸਮਝਾ ਰਹੇ ਹਨ ਕਿ ਸ਼ਬਦ ਦੇ ਵਿੱਚ ਉਤਰਨਾ ਮਨ ਨੂੰ, ਹਉਮੈ ਨੂੰ ਜਾਣ ਲੈਣ ਦਾ ਤਰੀਕਾ ਹੈ। ਕੇਵਲ ਪੜ੍ਹਨ ਨਾਲ ਨਹੀਂ ਹੋ ਸਕੇਗਾ, ਇਹਨੂੰ ਅਮਲ ਵਿੱਚ ਲਿਆਣਾ ਪਏਗਾ। ਇੱਕ ਬਹੁਤ ਡੂੰਘੀ ਗੱਲ ਹੈ ਜੀਵਨ ਬਾਰੇ। ਮਨ ਕੀ ਹੈ ਮਹਾਰਾਜ? ਬਾਣੀ ਵਿੱਚ ਇਹ ਪ੍ਰਸ਼ਨ ਉੱਠਦਾ ਹੈ। ਹਉਮੈ ਕੀ ਹੈ? ਇਹ ਹਉਮੈ, ਜਿਵੇਂ ਕੁਝ ਪਦਿਆਂ ਪਹਿਲੇ ਭੈ ਦੀ ਗੱਲ ਹਜ਼ੂਰ ਨੇ ਕੀਤੀ ਸੀ। ਅਸੀਂ ਭੈ ਨੂੰ ਸਿਰਫ ਨੈਗੇਟਿਵ ਇਮੋਸ਼ਨ ਜਾਣਦੇ ਹਾਂ, ਪਰ ਸਾਨੂੰ ਉਸ ਪਦੇ ਨੇ ਇਹ ਸਮਝਾਇਆ ਕਿ ਜੀਵਨ ਦੇ ਵਿੱਚ ਇੱਕ ਬੈਲੈਂਸ ਹੈ। ਬਿਨਾਂ ਭੈ ਦੇ ਜੀਵਨ ਵੀ ਅਧੂਰਾ ਰਹਿ ਜਾਏਗਾ। ਤਾਂ ਅਸੀਂ ਹਉਮੈ ਨੂੰ ਵੀ ਨੈਗੇਟਿਵ ਹੀ ਜਾਣਦੇ ਹਾਂ। ਜਿੰਦੇ ਤਾਂ ਹਉਮੈ 'ਚ ਹੀ ਹਾਂ। ਜੀਵਨ ਹਉਮੈ ਤੋਂ ਬਿਯੋਂਡ ਕੀ ਹੈ ਇਹ ਨਹੀਂ ਮੈਂ ਜਾਣਦਾ, ਪਰ ਇਹ ਮੈਂ ਜਾਣਦਾ ਹਾਂ ਕਿ ਹਉਮੈ ਗਲਤ ਹੈ। ਕਿਉਂ ਗਲਤ ਹੈ ਇਹ ਨਹੀਂ ਜਾਣਦਾ। ਇਹਦੇ ਮੇਰੇ ਨਾਲ ਕੀ ਰਿਲੇਸ਼ਨ ਨੇ ਇਹ ਨਹੀਂ ਮੈਂ ਜਾਣਦਾ। ਜਿਵੇਂ ਅਸੀਂ ਇਹ ਕਹਿੰਦੇ ਹਾਂ ਕਈ ਵਾਰ ਨਿਰੰਕਾਰ ਹਰ ਜਗ੍ਹਾ ਹੈ, ਫਿਰ ਪ੍ਰਸ਼ਨ ਇਹ ਉੱਠਦਾ ਹੈ ਮੈਨੂੰ ਕਿਉਂ ਨਹੀਂ ਦਿਖਦਾ? ਮੇਰੇ ਕੋਲ ਇਹ ਨਿਗਾਹ ਕਿਉਂ ਨਹੀਂ ਹੈ ਮੈਂ ਨਿਰੰਕਾਰ ਨੂੰ ਦੇਖ ਸਕਾਂ? ਇਹਦਾ ਜਵਾਬ ਤਾਂ ਹੈ ਮੇਰੇ ਕੋਲ, ਬਾਣੀ ਦੱਸਦੀ ਹੈ। ਪਰ ਉਸ ਜਵਾਬ ਨੂੰ ਜਾਣਨ ਵਾਸਤੇ ਮਨ ਦੇ ਅੰਦਰ ਦੀ ਕਹੀ ਖੋਲ ਕੇ ਆਪਰੇਸ਼ਨ ਕਰਨਾ ਪਏਗਾ, ਧੋਣਾ ਪਏਗਾ ਮਨ ਨੂੰ। ਜੋ ਮੈਂ ਬਣਾਇਆ ਹੈ ਉਹਨੂੰ ਗੇਰਨਾ ਪਏਗਾ। ਅਸੀਂ ਇਹ ਮੰਨ ਸਕਦੇ ਹਾਂ ਨਿਰੰਕਾਰ ਨੂੰ ਨਹੀਂ ਦੇਖ ਸਕਦੇ ਜੀ, ਇਹੀ ਜੀ ਲੈਂਦੇ ਹਾਂ ਜੀਵਨ ਜਿਹੜਾ ਜਾਣਦਾ ਹਾਂ ਮੈਂ। ਬਿਲਕੁਲ ਚੋਇਸ ਸਾਡੀ ਹੈ। ਪਰ ਇੱਕ ਗੱਲ ਜਾਣੀਏ, ਇਹ ਸਫ਼ਰ ਖਤਮ ਹੋਣ ਵਾਲਾ ਨਹੀਂ ਹੈ। ਜਿਵੇਂ ਲੋਕ ਕਹਿੰਦੇ ਹਨ ਰੈਸਟ ਇਨ ਪੀਸ, ਨਹੀਂ ਮਹਾਰਾਜ, ਪੀਸ ਨਹੀਂ ਮਿਲੇਗੀ ਜਦ ਤੱਕ ਮਨ ਵਿੱਚ ਨਾਮ ਔਰ ਸਹਿਜ ਦੇ ਦਰਵਾਜ਼ੇ ਨਹੀਂ ਖੁੱਲਣਗੇ। ਇਹ ਹੰਕਾਰ ਤੋਂ ਪਰੇ ਦਾ ਜੀਵਨ ਨਹੀਂ ਜਾਣਾਂਗੇ, ਪੀਸ ਨਹੀਂ ਮਿਲੇਗੀ। ਹਲ ਬਿਲੋਲੀ ਚੱਕੋ ਚੱਕ, ਲਾਟੂ ਮਾਦਾਣੀਆਂ ਅਨਗਾ, ਪੰਖੀ ਪਾਉਂਦਿਆਂ ਲੈਣ ਨਸਾ। ਅਨਐਂਡਿੰਗ ਮੂਵਮੈਂਟ ਦੇ ਵਿੱਚ ਮੇਰਾ ਜੀਵਨ ਬਹਿੰਦਾ ਹੀ ਰਹੇਗਾ। ਇੱਕ ਟੌਰਚਰ ਚੇਂਬਰ ਦੀ ਤਰ੍ਹਾਂ ਮੇਰੇ ਐਕਸਪੀਰੀਅੰਸ ਵਿੱਚ। ਹੋ ਸਕਦਾ ਹੈ ਆਪ ਦਾ ਗਲਤ ਹੋਏ, ਮੇਰੇ ਨਾਲ ਫਰਕ ਹੋਏ ਐਕਸਪੀਰੀਅੰਸ, ਪਰ ਮੇਰਾ ਐਕਸਪੀਰੀਅੰਸ ਇਹ ਕਹਿੰਦਾ ਹੈ ਕਿ ਇੱਕ ਟੌਰਚਰ ਚੇਂਬਰ ਦੀ ਤਰ੍ਹਾਂ ਈਗੋ ਸਾਨੂੰ ਖਾਂਦੀ ਰਹਿੰਦੀ ਹੈ ਅੰਦਰੋਂ। ਕਿਉਂ, ਕਿਸ ਕਾਰਨ, ਚੰਗਾ ਮਾੜਾ, ਠੀਕ ਹੈ ਕਿ ਨਹੀਂ, ਇਹ ਹਰ ਇੱਕ ਦਾ ਆਪਣਾ ਪਰਸਨਲ ਚੋਇਸ ਔਰ ਐਕਸਪੀਰੀਅੰਸ ਦੇ ਵਿੱਚ ਹੈ। ਇਸ ਬਾਣੀ ਤੋਂ ਪਹਿਲਾਂ ਅਸੀਂ 73 ਪਦੇ ਇੱਕ ਬਹੁਤ ਹੀ ਅਚਰਜ ਬਾਣੀ ਦੇ ਵਿਚਾਰੇ, ਔਰ ਕਈ ਵਾਰ ਜੀ ਪ੍ਰੇਮ ਨਾਲ ਮਨ ਭਰ ਆਉਂਦਾ ਹੈ ਜਦੋਂ ਸੋਚਦਾ ਹਾਂ ਕਿ ਗੁਰੂ ਨਾਨਕ ਸਾਹਿਬ ਆਪਣੇ ਅਖੀਰਲੇ ਸਾਲ ਵਿੱਚ ਇਸ ਬਾਣੀ ਨੂੰ ਪ੍ਰਗਟ ਕਰ ਰਹੇ ਹਨ। ਔਰ ਉਸ ਬਾਣੀ ਦੀ ਵਿਚਾਰ 14, 15, 16 ਸਾਲ ਦੇ ਮੈਪਿੰਗ ਵਿੱਚ ਚੱਲੀ ਹੈ। ਤਾਂ ਗੁਰੂ ਆਪਣੇ ਨਾਲ ਉਸ ਪੋਥੀ ਨੂੰ ਲੈ ਕੇ ਕਿਤਨੇ ਹਜ਼ਾਰਾਂ ਕਿਲੋਮੀਟਰ ਚੱਲੇ ਹਨ, ਕੀ ਵਿਚਾਰ ਲਿਖੇ ਹਨ,
ਔਰ ਦਰਜ ਕਰਦੇ ਗਏ ਹਨ। 4 ਜਗ੍ਹਾ ਦੀ ਉਹ ਬਾਣੀ ਵਿਚਾਰੀ ਹੈ ਸਿੱਧ ਗੋਸ਼ਟ, ਨਾਨਕ ਮਤਾ, ਸੁਮੇਰ ਪਰਬਤ, ਅਚਲ ਬਟਾਲਾ। ਇਹ ਕਈ ਜਗ੍ਹਾ ਦੇ ਉੱਤੇ ਵਿਚਾਰੀ। ਔਰ ਆਖਰੀ ਜਿਹੜਾ ਵਾਰਤਾਲਾਪ ਯੋਗੀਆਂ ਨਾਲ ਅਚਲ ਬਟਾਲੇ 'ਚ ਹੋਇਆ, ਉੱਥੇ ਮਹਾਰਾਜ ਨੇ ਆਖਰੀ ਸਾਲ ਆਪਣੇ ਜੀਵਨ ਦਾ, ਕਈ ਵਾਰ ਅਸੀਂ ਨਹੀਂ ਜਾਣਦੇ ਕੌਣ ਕਿਸ ਕਾਰਨ ਕਰਕੇ ਆਇਆ ਹੈ, ਸਾਨੂੰ ਮਿਲਦਾ ਹੈ, ਸਾਨੂੰ ਛੂੰਹਦਾ ਹੈ। 500 ਸਾਢੇ 500 ਸਾਲ ਪਹਿਲੇ ਗੁਰੂ ਸਾਹਿਬ ਆਏ ਸਰੀਰ ਵਿੱਚ, ਪਰ ਉਹਨਾਂ ਦੀ ਬਾਣੀ ਸਾਨੂੰ ਅੱਜ ਛੂ ਰਹੀ ਹੈ, ਸਾਨੂੰ ਕੁਝ ਦੱਸ ਰਹੀ ਹੈ। ਗੁਰੂ ਇਸ ਭਾਵ ਵਿੱਚ ਸਦਾ ਲਈ ਹੈ, ਹਰ ਸਥਾਨ 'ਤੇ ਹੈ, ਹਰ ਜਗ੍ਹਾ 'ਤੇ ਹੈ, ਸਮੇਂ ਤੋਂ ਪਰੇ ਹੈ। ਸਿੱਧ ਗੋਸ਼ਟ ਦੀ ਬਾਣੀ ਦੇ ਵਿੱਚ ਇੱਕ ਵਿਚਾਰ ਸਾਹਿਬ ਨੇ ਯੋਗੀਆਂ ਨਾਲ ਵਿਚਾਰੀ ਸੀ। ਪ੍ਰਸ਼ਨ ਯੋਗੀਆਂ ਦਾ ਸੀ, ਕਿਤ ਕਿਤ ਬਿਦ ਜਗ ਉਪਜੇ ਪੁਰਖਾ, ਕਿਤ ਕਿਤ ਦੁੱਖ ਬਿਨਸ ਜਾਈ। ਇਹ ਜੱਗ ਕਿੱਥੋਂ ਉਪਜਦਾ ਹੈ ਔਰ ਇਹਦਾ ਦੁੱਖ ਕਿਸ ਤਰ੍ਹਾਂ ਜਾਏਗਾ? ਇਹ ਪ੍ਰਸ਼ਨ ਆਪਣੇ ਆਪ ਵਿੱਚ ਬੜਾ ਕਮਾਲ ਦਾ ਹੈ। ਜੋ ਪੁੱਛ ਰਿਹਾ ਹੈ ਲੱਗਦਾ ਐਵੇਂ ਹੈ ਕਿ ਉਹ ਤਾਂ ਗਿਆਨ ਦੇ ਕਗਾਰ 'ਤੇ ਖੜਾ ਹੈ, ਕਿਉਂਕਿ ਸਹੀ ਪ੍ਰਸ਼ਨ ਪੁੱਛਣਾ ਜੀਵਨ ਵਿੱਚ ਸਹੀ ਦਿਸ਼ਾ ਵਿੱਚ ਜੀਵਨ ਨੂੰ ਲੈ ਜਾਂਦਾ ਹੈ, ਔਰ ਗਲਤ ਪ੍ਰਸ਼ਨ ਪੁੱਛਣਾ ਗਲਤ ਜਵਾਬ ਵੱਲ ਜੀਵਨ ਨੂੰ ਲੈ ਜਾਂਦਾ ਹੈ। ਜਿਸ ਨੂੰ ਪ੍ਰਸ਼ਨ ਪੁੱਛਣਾ ਆ ਗਿਆ, ਉਸ ਕੋਲ ਜਵਾਬ ਆ ਗਿਆ। ਮਹਾਰਾਜ ਹਜ਼ੂਰ ਨੇ ਇਸ ਬਾਣੀ ਨੂੰ ਦਰਜ ਕੀਤਾ ਹੈ। ਪ੍ਰਸ਼ਨ ਇਹ ਹੈ ਕਿ ਜੱਗ ਕਿੱਥੋਂ ਉਪਜਦਾ ਹੈ, ਇਹ ਦੁਨੀਆ ਕਿੱਥੋਂ ਬਣਦੀ ਹੈ? ਗੁਰੂ ਨਾਨਕ ਸਾਹਿਬ ਪਾਤਸ਼ਾਹ ਦਰਵੇਸ਼ ਨਦਰ ਕਰਨ ਮਹਾਰਾਜ, ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰੀਏ ਦੁੱਖ ਪਾਈ। ਮਹਾਰਾਜ ਕਹਿੰਦੇ ਹਨ ਕਿ ਹਉਮੈ ਦੇ ਕਾਰਨ ਇਸ ਜਗਤ ਦੀ ਉਪਜ ਹੁੰਦੀ ਹੈ, ਔਰ ਨਾਮ ਚਾਬੀ ਹੈ ਜਿੱਥੋਂ ਦੁੱਖ ਬਿਨਸ ਜਾਂਦਾ ਹੈ। ਨਾਮ ਦਾ ਉਲਟ ਮਾਨ ਹੈ। ਮਾਨ ਈਗੋ ਸੈਂਟਰਡ ਮਨ ਹੈ, ਔਰ ਨਾਮ ਉਹ ਅਵਸਥਾ ਹੈ ਮਨ ਦੀ ਜਿੱਥੇ ਈਗੋ ਨਹੀਂ ਹੈ, ਹਉਮੈ ਨਹੀਂ ਹੈ। ਦੁੱਖ ਕਿਸ ਤਰ੍ਹਾਂ ਬਿਨਸੇਗਾ ਮੇਰਾ? ਮਹਾਰਾਜ ਕਹਿੰਦੇ ਹਨ ਨਾਮ ਤੋਂ ਬਿਨਸੇਗਾ। ਮੈਂ ਕਿਸੇ ਨੂੰ ਕੁਝ ਵੀ ਸਮਝਾਵਾਂ, ਕੁਝ ਵੀ ਕਵਾਂ, ਅਸਲ ਕੁੰਜੀ ਇਹੀ ਹੈ ਕਿ ਜਿਤਨਾ ਅਸੀਂ ਜੀਵਨ ਵਿੱਚ ਨਾਮ ਦੇ ਅਭਿਆਸ ਨਾਲ ਜੀਵਨ ਬਿਤਾ ਸਕਦੇ ਹਾਂ, ਉਤਨਾ ਜੀਵਨ ਸੁਲਝਣਾ ਸ਼ੁਰੂ ਹੋਏਗਾ, ਇੱਕ ਡਾਇਰੈਕਸ਼ਨ ਲੈ ਲਏਗਾ ਆਪਣੀ। ਰਾਮ ਸਿਮਰ, ਰਾਮ ਸਿਮਰ, ਇਹੀ ਤੇਰੋ ਕਾਜ ਹੈ। ਅਸਲ ਕਾਜ, ਅਸਲ ਕਰਮ ਜਿਹੜਾ ਮੇਰੇ ਨਾਲ ਰਹੇਗਾ, ਜਿਹੜਾ ਮੇਰੀ ਮਨ ਦੀ ਅਵਸਥਾ ਨੂੰ ਸੁਲਝਾ ਦੇਗਾ, ਜਿਹੜਾ ਮੇਰੇ ਰੂਟ ਸਿਸਟਮ ਤੇ ਜੜ ਨੂੰ ਹਰਾ ਕਰ ਦੇਗਾ ਜੀਵਨ ਦੀ, ਉਹ ਨਾਮ ਹੈ ਔਰ ਉਹਦੀ ਸਿਮਰਨ ਦੀ ਵਿਧੀ ਹੈ। ਇਹੀ ਕਾਜ ਸਮੇਂ ਤੋਂ ਪਰੇ ਹੈ, ਮੌਤ ਤੋਂ ਪਰੇ ਹੈ, ਜੀਵਨ ਤੋਂ ਪਰੇ ਹੈ। ਉਸ ਗੁਰੂ ਨੂੰ ਜਾਣਨ ਦੀ ਵਿਧੀ ਹੈ ਜੋ ਮੇਰੇ ਆਲੇ ਦੁਆਲੇ ਹਰ ਜਗ੍ਹਾ ਹੈ, ਪਰ ਮੈਨੂੰ ਦਿਖ ਨਹੀਂ ਰਿਹਾ। ਇੱਕ ਗੱਲ ਨੂੰ ਅਸੀਂ ਸਮਝੀਏ, ਮੈਨੂੰ ਇਹ ਭਰੋਸਾ ਹੈ ਕਿ ਨਹੀਂ, ਇਹ ਮੈਟਰ ਕਰਦਾ ਹੈ ਕਿ ਮੈਂ ਉਸ ਨੂੰ ਦੇਖਣਾ ਚਾਹੁੰਦਾ ਹਾਂ, ਕਿ ਮੈਂ ਉਸ ਸੱਤ ਨੂੰ ਦੇਖ ਕੇ ਉਹਦੇ ਗਿਆਨ ਵਿੱਚ ਜੀਣਾ ਚਾਹੁੰਦਾ ਹਾਂ। ਇਹ ਮੈਟਰ ਕਰਦਾ ਹੈ ਸਭ ਤੋਂ ਜ਼ਿਆਦਾ। ਫਿਰ ਸਮਾਂ ਔਰ ਸਥਾਨ ਔਰ ਜਰਨੀ ਲੰਬੀ ਹੋ ਸਕਦੀ ਹੈ ਸੱਤ ਵੱਲ, ਪਰ ਟੁਰ ਪਵੇਗਾ ਮਨ ਗੁਰਮੁਖ ਦੀ ਅਵਸਥਾ ਨੂੰ ਪਾਲਣ ਵਿੱਚ।
ਔਰ ਗੁਰੂ ਨਾਲ ਮਿਲਣ ਹੋਏਗਾ। ਮੈਂ ਇਸ ਦਰਵਾਜ਼ੇ ਨੂੰ ਖੋਲ੍ਹਣਾ ਹੈ। ਮੈਂ ਉਸ ਪਾਰ, ਇਸ ਸਫ਼ਰ ਦੇ ਪਾਰ ਦਾ ਉਹ ਥਿਰ ਜੀਵਨ ਦੇਖਣਾ ਹੈ। ਮੈਂ ਉਸ ਬੇਗਮਪੁਰਾ ਦੇ ਦਰਸ਼ਨ ਕਰਨੇ ਹਨ। ਸੋ ਸਥਾਨ ਬਤਾਵੋ ਮੀਤਾ, ਜਾਂ ਕਿ ਹਰ ਹਰ ਕੀਰਤਨ ਨੀਤਾ। ਮੈਂ ਉਸ ਮਨ ਦੇ ਵਿੱਚ ਡੁੱਬਣਾ ਹੈ ਜਿੱਥੇ ਮੈਂ ਨਹੀਂ ਹੈ। ਆਵਾਗਾਮ ਸਦਾ ਮਸ਼ਹੂਰ, ਉਹਾਂ ਗਨੀ ਵਸੇ ਮਾਮੂਰ। ਜਿੱਥੇ ਸਦਾ ਹਰਿਆਲੀ ਹੈ। ਇਹ ਮੈਨੂੰ ਤੈਅ ਕਰਨਾ ਹੈ ਕਿ ਮੈਂ ਇਸ ਮਾਰਗ ਵੱਲ ਜਾਣਾ ਹੈ ਕਿ ਨਹੀਂ ਜਾਣਾ, ਜਾਂ ਰਸਤੇ ਦੀ ਉਲਝਣਾਂ ਵਿੱਚ ਹੀ ਉਲਝ ਕੇ ਰਹਿ ਜਾਵਾਂਗਾ। ਇਹ ਸਫ਼ਰ ਮੁੱਕੇਗਾ, ਫਿਰ ਇੱਕ ਸ਼ੁਰੂ ਹੋ ਜਾਏਗਾ ਇੱਕ ਹੋਰ। ਇਹੀ ਬਾਣੀ ਦੱਸ ਰਹੀ ਹੈ। ਇਹਦੇ ਵਿੱਚ ਇਸ ਸਿੱਧ ਗੋਸ਼ ਦੇ ਪਦੇ ਦੇ ਵਿੱਚ ਦੀ ਪੰਕਤੀਆਂ ਦੇ ਵਿੱਚ ਹਜੂਰ ਸਾਨੂੰ ਹਉਮੈ ਦੀ ਗੱਲ ਦੱਸ ਰਹੇ ਹਨ ਕਿ ਜੀਵਨ ਦਾ ਸਟਰਕਚਰ ਕੀ ਹੈ। ਜੀਵਨ ਬਣਦਾ ਹੀ ਹਉਮੈ ਤੋਂ ਹੈ, ਔਰ ਇਹੀ ਗੱਲ ਹੁਣ ਆਸਾ ਦੀ ਵਾਰ ਦੀ ਇਸ ਪੌੜੀ ਦੇ ਵਿੱਚ ਸਾਨੂੰ ਪ੍ਰਗਟ ਹੋ ਰਹੀ ਹੈ। ਕਈ ਚੀਜ਼ਾਂ ਇੱਥੇ ਨੋਟ ਕਰਨ ਵਾਲੀਆਂ ਹਨ ਕਿ ਹਉਮੈ ਇੱਕ ਬੰਧਨ ਹੈ। ਅਗਰ ਮੈਂ ਹਉਮੈ ਦੇ ਵਿੱਚ ਹੀ ਜੀਵਨ ਜੀਂਦਾ ਰਵਾਂਗਾ ਤਾਂ ਮੈਂ ਜੋਨੀਆਂ ਦੇ ਵਿੱਚ ਘੁੰਮਦਾ ਹੀ ਰਵਾਂਗਾ। ਹਉਮੈ ਇਹੀ ਬੰਧਨਾ ਫਿਰ ਜੋਨੀ ਪਾਏ। ਮੇਰੀ ਮੂਵਮੈਂਟ ਮਾਈਂਡ ਦੇ ਵਿੱਚ ਰਹਿਣਾ ਹੀ, ਉਸ ਦੇ ਵਿੱਚ ਹੀ ਘੁੰਮਦੇ ਰਹਿਣਾ ਮੇਰੇ ਈਗੋ ਸੈਂਟਰਡ ਮਾਈਂਡ ਹੈ, ਔਰ ਉਸ ਦੇ ਬਿਯੋਂਡ ਦੇ ਮਨ ਦੀ ਮੈਨੂੰ ਨੌਲੇਜ ਨਹੀਂ ਹੈ। ਤਾਂ ਮੈਂ ਆਪ ਨਾਲ ਦੋ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਇੱਕ ਤੇ ਇਹ ਹਉਮੈ ਦਾ ਸਟਰਕਚਰ ਕੀ ਹੈ, ਇਸ ਪਦੇ ਵਿੱਚ ਗੁਰੂ ਨਾਨਕ ਸਾਹਿਬ ਸਾਨੂੰ ਸਮਝਾ ਰਹੇ ਹਨ, ਔਰ ਇਹਦਾ ਰਿਲੇਸ਼ਨ ਮੇਰੇ ਮਨ ਨਾਲ ਹੈ। ਮਨ ਕੀ ਹੈ, ਅਸੀਂ ਉਹ ਵੀ ਵਿਚਾਰਦੇ ਚੱਲੀਏ। ਬਾਣੀ ਸਾਨੂੰ ਮਨ ਬਾਰੇ ਕੀ ਕਹਿ ਰਹੀ ਹੈ। ਮੈਂ ਨਹੀਂ ਸਮਝਦਾ ਕਿ ਇਹ ਜਿਹੜੀ ਪੌੜੀ ਹੈ, ਇਸ ਦੇ ਵਿਚਾਰ ਵਿੱਚ ਅਗਰ ਕੁਛ ਵੀ ਅਸੀਂ ਐਫਰਟ ਕਰਕੇ ਇਸ ਨੂੰ ਜਾਣ ਸਕੀਏ, ਮੈਂ ਨਹੀਂ ਸਮਝਦਾ ਕਿ ਸਾਨੂੰ ਕੋਈ ਡਾਊਟ ਰਹੇਗਾ ਜੀਵਨ ਬਾਰੇ। ਔਰ ਜੋ ਜੀਵਨ ਦਾ ਪਰਸਪੈਕਟਿਵ ਹੈ ਉਹ ਫਰਕ ਹੋ ਜਾਏਗਾ, ਡਿਫਰੈਂਟ ਹੋ ਜਾਏਗਾ, ਕਿਉਂਕਿ ਮੈਂ ਸਦਾ ਹੀ ਜੀਵਨ ਨੂੰ ਹਉਮੈ ਤੋਂ ਹੀ ਦੇਖਦਾ ਹਾਂ। ਮੈਂ ਸੈਂਟਰਡ ਜੀਵਨ, ਆਈ ਐਮ ਦ ਸੈਂਟਰ ਆਫ ਦ ਵਰਲਡ। ਪਰ ਜੀਵਨ ਦਾ ਸੈਂਟਰ ਮੈਂ ਨਹੀਂ ਹਾਂ, ਹਉਮੈ ਨਹੀਂ ਹੈ, ਕੁਝ ਹੋਰ ਹੈ। ਉਹ ਇਸ ਪੌੜੀ ਦੇ ਵਿੱਚ ਸਾਨੂੰ ਸਮਝ ਆ ਸਕਦੀ ਹੈ ਅਗਰ ਇਸ ਪੌੜੀ ਨੂੰ ਅਸੀਂ ਵਿਚਾਰੀਏ। ਹਜੂਰ ਕਹਿ ਰਹੇ ਹਨ ਕਿ ਹਉ ਵਿੱਚ ਆਇਆ ਔਰ ਹਉ ਵਿੱਚ ਗਿਆ। ਜੀਵਨ ਆਰੰਭ ਹਉਮੈ ਤੋਂ ਹੁੰਦਾ ਹੈ। ਇਸ ਤੋਂ ਹੁਣ ਮਨ ਦੇ ਪਰਸਪੈਕਟਿਵ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬਾਣੀ ਮਨ ਬਾਰੇ ਕੀ ਕਹਿੰਦੀ ਹੈ, ਕਿਉਂਕਿ ਮਨ ਦੀ ਨੌਲੇਜ ਸਾਨੂੰ ਮਨ ਦੇ ਪਰਸਪੈਕਟਿਵ ਤੋਂ ਜੋ ਨੌਲੇਜ ਹੈ ਮਨ ਬਾਰੇ, ਉਹ ਕੀ ਕਹਿ ਰਿਹਾ ਹੈ। ਇਹ ਮਨ ਸ਼ਕਤੀ, ਇਹ ਮਨ ਸਿਓ। ਤਾਂ ਇਹ ਜਿਹੜਾ ਮਨ ਹੈ, ਇਹ ਸ਼ਕਤੀ ਹੈ, ਇਹ ਸਿਓ ਹੈ। ਇਹ ਮਨ ਪੰਜ ਤੱਤ ਕੋ ਜਿਉ। ਇਹ ਪੰਜਾਂ ਤੱਤਾਂ ਨਾਲ ਮਨ ਜੀਵਨ ਵਿੱਚ ਆ ਗਿਆ ਹੈ। ਮੈਨੂੰ ਸਰੀਰ ਮਿਲਿਆ, ਪੰਜ ਤੱਤ ਮਿਲੇ, ਇਹ ਇੰਦਰੀਆਂ ਮਿਲੀਆਂ, ਜਿਹੜਾ ਮੇਰਾ ਮਨ ਹੈ ਉਸ ਨੂੰ ਬਾਹਰਲਾ ਐਕਸਪ੍ਰੈਸ਼ਨ ਮਿਲ ਗਿਆ ਜੀਵਨ ਨਾਲ ਰਿਲੇਟ ਕਰਨ ਦਾ। ਇਹ ਹੁਣ ਜੀਵਨ ਆ ਗਿਆ, ਜੀਵਨ ਇਹ ਆ ਗਿਆ, ਹਉ ਵਿੱਚ ਆ ਗਿਆ, ਹਉ ਵਿੱਚ ਆਇਆ। ਔਰ ਜਦੋਂ ਇਹ ਸਰੀਰ ਗਿਆ ਤਾਂ ਇਹ ਇੰਦਰੀਆਂ ਗਈਆਂ, ਇਹ ਪੰਜ ਤੱਤ ਗਏ, ਔਰ ਇਹ ਮਨ ਅੰਦਰ ਨੂੰ ਕੋਲੈਪਸ ਕਰ ਗਿਆ। ਹੁਣ ਐਕਸਪੀਰੀਅੰਸ ਆਫ ਲਾਈਫ, ਫਿਜ਼ੀਕਲ ਲਾਈਫ ਖਤਮ ਹੋ ਗਿਆ, ਤਾਂ ਹਉ ਵਿੱਚ ਗਿਆ। ਪਰ ਗਿਆ ਹਉਮੈ ਵਿੱਚ ਹੀ। ਮਨ ਦਾ ਜਿਹੜਾ ਹਉਮੈ ਦਾ ਸਟਰਕਚਰ ਹੈ ਉਹਦੇ ਵਿੱਚ ਹੀ ਚਲਾ ਗਿਆ। ਇਹ ਪੰਜ ਤੱਤ ਤੋਂ ਜੀਵਨ ਸ਼ੁਰੂ ਹੁੰਦਾ ਹੈ, ਮਨ ਨੂੰ ਐਕਸਪ੍ਰੈਸ਼ਨ ਮਿਲ ਜਾਂਦਾ ਹੈ। ਇਹ ਮਨ ਪੰਜ ਤੱਤ ਤੇ ਜਨਮਾ, ਇਹ ਮਨ ਕਰਮਾ, ਇਹ ਮਨ ਧਰਮਾ।
ਤਾਂ ਇਹ ਪੰਜ ਤੱਤ ਨਾਲ ਮਨ ਨੇ ਜਨਮ ਲੈ ਲਿਆ। ਇਹ ਈਗੋ ਸੈਂਟਰਡ ਮਾਈਂਡ, ਇਹਨੂੰ ਜਾਣ ਲਈਏ। ਐਸੇ ਨੂੰ ਮੈਂ ਜੀਵਨ ਜਾਣਦਾ ਹਾਂ, ਕਿਉਂਕਿ ਮੈਨੂੰ ਇਹਦੇ ਬਿਯੋਂਡ ਦਾ ਜਿਹੜਾ ਮਨ ਹੈ ਉਹਦਾ ਗਿਆਨ ਨਹੀਂ ਹੈ। ਤਾਂ ਹਜ਼ੂਰ ਇਹਦੇ ਬਿਯੋਂਡ ਕੀ ਕਹਿ ਰਹੇ ਹਨ? ਮਹਾਰਾਜ ਕਹਿੰਦੇ ਨੇ, ਇਹ ਮਨ ਲੈ ਜਿਓ ਉਨ ਮਨ ਰਹੇ। ਤਾਂ ਦੋ ਮਨ ਦੀ ਗੱਲ ਕਰਦੇ ਹਨ, ਇਹ ਮਨ ਈਗੋ ਸੈਂਟਰਡ ਮਾਈਂਡ ਔਰ ਉਨ ਮਨ ਜੋ ਹੰਕਾਰ ਤੋਂ ਪਰੇ ਦਾ ਮਨ ਹੈ। ਇਹ ਮਨ ਲੈ ਜਿਓ उन मन रहे तो तीन लोक की बातें कहे। ਤਾਂ ਫਿਰ ਜੀਵਨ ਦਾ ਗਿਆਨ ਹੋ ਗਿਆ। ਇਹ ਤਿੰਨਾਂ ਲੋਕਾਂ ਦੇ ਪਿੱਛੇ ਕੌਣ ਖੜਾ ਹੈ ਉਹਦਾ ਗਿਆਨ ਹੋ ਗਿਆ। ਅਗਰ ਇਸ ਤਰ੍ਹਾਂ ਦੇਖਿਆ ਜਾਏ ਤਾਂ ਜੀਵਨ ਔਰ ਜੀਵਨ ਦੇ ਅਸਲ ਐਕਸਪੀਰੀਅੰਸ ਦੇ ਵਿੱਚ ਹਉਮੈ ਕਰਕੇ ਮੈਨੂੰ ਨਹੀਂ ਦਿਖਦਾ ਕਿ ਨਿਰੰਕਾਰ ਹਰ ਜਗ੍ਹਾ ਤੇ ਹੈ। ਅਗਰ ਕਦੇ ਮੈਂ ਇਸ ਹਉਮੈ ਤੋਂ ਪਾਰ ਜਾਣਾ ਸਿੱਖ ਲਵਾਂ ਔਰ ਗੁਰੂ ਦੀ ਕਿਰਪਾ ਹੋ ਜਾਏ, ਜਿਹੜੇ ਇਸ ਪਦੇ ਵਿੱਚ ਸਾਹਿਬ ਸਾਨੂੰ ਸਮਝਾਉਂਦੇ ਹਨ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਸ਼ਬਦ ਕੀ ਹੈ, ਇਸ 'ਤੇ ਵੀ ਵਿਚਾਰ ਜ਼ਰੂਰੀ ਹੈ, ਕਿਉਂਕਿ ਸਾਨੂੰ ਇਸ ਦੀ ਵੀ ਮਿਸਕਨਸੈਪਸ਼ਨਸ ਮੈਨੂੰ ਲੱਗਦਾ ਹੈ ਬੜੀਆਂ ਹਨ। ਹਉਮੈ ਬੂਝੇ ਤਾਂ ਦਰ ਸੂਝੇ। ਗੁਰੂ ਨੇ ਸ਼ਬਦ ਬਾਰੇ ਕੀ ਕਿਹਾ, ਸ਼ਬਦ ਕੀ ਹੈ, ਇਹ ਹੁਣ ਅੱਗੇ ਵਿਚਾਰਾਂਗੇ। ਪਰ ਇੱਕ ਗੱਲ ਸਮਝਣਾ ਹੈ ਕਿ ਇਹ ਜਿਹੜਾ ਮਨ ਬਣਿਆ, ਇਸ ਮਨ ਨੇ ਫਿਜ਼ੀਕਲ ਜੀਵਨ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ। ਹੁਣ ਇਹ ਮਨ ਉਹ ਜੀਵਨ ਦਾ ਐਕਸਪੀਰੀਅੰਸ ਸ਼ੁਰੂ ਹੋ ਗਿਆ ਜਿਸ ਨੂੰ ਅਸੀਂ ਜੀਵਨ ਜਾਣਦੇ ਹਾਂ। ਇਹਦੇ ਵਿੱਚ ਚੰਗਾ ਵੀ ਹੈ, ਮਾੜਾ ਵੀ ਹੈ, ਸਭ ਨਾਲ ਨਾਲ ਚੱਲਦੇ ਹਨ। ਇਸ ਤੋਂ ਹੁਣ ਅੱਗੇ ਕੀ ਦੱਸਦੇ ਹਨ ਮਹਾਰਾਜ ਕਿ ਇਸ ਹਉਮੈ ਕਰਕੇ ਜੀਵਨ ਹੈ ਔਰ ਇਹਦੇ ਤੋਂ ਜਦੋਂ ਮੈਨੂੰ ਰਸਤਾ ਮਿਲ ਜਾਏ ਤਾਂ ਦੁੱਖ ਵੀ ਜਾ ਸਕਦਾ ਹੈ। ਦੁੱਖ ਦਾ ਕਾਰਨ ਕੀ ਹੈ ਉਹ ਵੀ ਸਿੱਧ ਗੋਸ਼ਟ ਵਿੱਚ ਹਜ਼ੂਰ ਨੇ ਦੱਸਿਆ ਹੈ ਸਾਨੂੰ। ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰੀਏ ਦੁੱਖ ਪਾਏ। ਨਾਮ ਉਸ ਅਵਸਥਾ ਦੀ ਗੱਲ ਹੋ ਰਹੀ ਹੈ ਜਿੱਥੇ ਮਾਣ ਨਹੀਂ ਹੈ, ਮਨ ਦੀ ਉਹ ਈਗੋ ਨਹੀਂ ਹੈ। ਤਾਂ ਜਦੋਂ ਮੈਂ ਨਾਮ ਨੂੰ ਵਿਸਰ ਜਾਂਦਾ, ਜਦੋਂ ਮੈਨੂੰ ਉਹ ਸਟੇਟ ਆਫ ਮਾਈਂਡ ਮੇਰੇ ਹੱਥੋਂ ਨਿਕਲ ਜਾਂਦਾ ਹੈ, ਉੱਥੋਂ ਮੈਨੂੰ ਦੁੱਖ ਮਿਲਦਾ ਹੈ। ਉਹ ਕਾਰਨ ਹੈ ਦੁੱਖ ਦਾ। ਮਹਾਰਾਜ ਕਹਿੰਦੇ ਹਨ, ਹਉ ਵਿੱਚ ਆਇਆ। ਜੀਵਨ ਸ਼ੁਰੂ ਹੀ ਹਉਮੈ ਤੋਂ ਹੋਇਆ, ਹਉਮੈ ਵਿੱਚ ਗਿਆ। ਹੁਣ ਟੋਟਲ ਐਕਸਪੀਰੀਅੰਸ ਲਾਈਫ ਦਾ ਇਸ ਹਉਮੈ ਤੋਂ ਹੀ ਮਹਿਸੂਸ ਹੋਏਗਾ, ਇਸ ਈਗੋ ਮਾਈਂਡ ਤੋਂ ਹੀ ਸਾਨੂੰ ਜਾਣੂ ਹੋਏਗਾ ਕਿ ਜੀਵਨ ਕੀ ਹੈ। ਹਉਮੈ ਵਿੱਚ ਜੰਮਿਆ, ਹਉਮੈ ਵਿੱਚ ਮੂਆ। ਤਾਂ ਮਨ ਆਇਆ ਜੀਵਨ ਵਿੱਚ, ਜਨਮ ਲਿਆ ਔਰ ਮਨ ਗਿਆ ਜੀਵਨ ਤੋਂ, ਤਾਂ ਉਸਨੇ ਮੌਤ ਵੱਲ ਚਲਾ ਗਿਆ, ਮਰ ਗਿਆ। ਮਨ ਨਹੀਂ ਮਰਿਆ, ਸਰੀਰ ਮਰ ਗਿਆ ਔਰ ਆਪਣੇ ਨਾਲ ਉਸ ਜਰਨੀ ਔਰ ਸੰਸਕਾਰ ਨੂੰ ਲੈ ਗਿਆ ਜਿੱਥੇ ਸਦਾ ਹੀ ਮੂਵਮੈਂਟ ਹੈ, ਜਿਹੜਾ ਜਪਜੀ ਸਾਹਿਬ ਵਿੱਚ ਮਹਾਰਾਜ ਸਾਨੂੰ ਸਮਝਾ ਰਹੇ ਹਨ ਕਿ ਚੰਗਾ ਔਰ ਮਾੜਾ ਸਿਰਫ ਬੋਲਣ ਦੀ ਗੱਲ ਨਹੀਂ ਹੈ। ਇੱਕ ਜਰਨੀ ਨੂੰ ਡਿਕਟੇਟ ਕਰ ਰਿਹਾ ਹੈ। ਮੇਰੇ ਕਰਮ ਮੇਰੇ ਸਫ਼ਰ ਨੂੰ ਡਿਕਟੇਟ ਕਰ ਰਹੇ ਹਨ। ਮੇਰਾ ਅਗਲਾ ਸਫ਼ਰ ਕੀ ਹੈ, ਇਹ ਮੈਨੂੰ ਸਮਝਾ ਰਹੇ ਹਨ। ਮੈਨੂੰ ਗੁਰੂ ਸਾਹਿਬ ਕੇ ਕਰਮਾਂ ਦੇ ਨਾਲ ਮੇਰਾ ਫਿਊਚਰ ਡਿਕਟੇਟ ਹੋ ਰਿਹਾ ਹੈ ਔਰ ਉਹਦੇ ਵਿੱਚ ਮੈਂ ਮੂਵਮੈਂਟ ਵਿੱਚ ਹੀ ਰਵਾਂਗਾ, ਨਦਰ ਦੇ ਵਿੱਚ ਨਹੀਂ ਰਵਾਂਗਾ। ਜਦੋਂ ਮੈਨੂੰ ਨਦਰ ਦੀ ਕਿਰਪਾ ਦੀ ਦ੍ਰਿਸ਼ਟੀ ਹੋ ਗਈ ਜਾਂ ਮੈਂ ਉਸ ਨੂੰ ਜਾਣ ਲਿਆ, ਉਸ ਜੀਵਨ ਨੂੰ ਜਾਣ ਲਿਆ ਜਿੱਥੇ ਹਉਮੈ ਨਹੀਂ ਹੈ ਪਰ ਨਦਰ ਹੈ, ਤਾਂ ਉੱਥੇ ਮੂਵਮੈਂਟ ਨਹੀਂ ਹੈ। ਫਿਰ ਉੱਥੇ ਆਜ਼ਾਦੀ ਹੈ, ਫਰੀडम ਹੈ। ਮਹਾਰਾਜ ਕਹਿੰਦੇ ਨੇ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ। ਜੇ ਇਸ ਤਰ੍ਹਾਂ ਦੇਖੀਏ ਤਾਂ ਜੀਵਨ ਇੱਕ ਟ੍ਰੇਡ ਹੈ। ਅਸੀਂ ਰਿਲੇਸ਼ਨਸ਼ਿਪਸ ਜਾਣਦੇ ਹਾਂ, ਉਹ ਸਭ ਟ੍ਰੇਡ ਓਪਰਚੁਨਿਟੀਜ਼ ਹੀ ਹਨ। ਅਗਰ ਮੇਰਾ ਕਿਸੇ ਨਾਲ ਵੀ ਰਿਲੇਸ਼ਨਸ਼ਿਪ ਸਪਿਰਿਚੁਅਲ ਲੈਵਲ 'ਤੇ ਹੈ ਤਾਂ ਉੱਥੇ ਟ੍ਰੇਡ ਰੁਕ ਜਾਂਦਾ ਹੈ, ਉੱਥੇ ਪ੍ਰੇਮ ਹੈ।
ਜਦੋਂ ਲੋਕ ਪ੍ਰੇਮ ਦੇ ਵਿੱਚ ਗੱਲ ਕਰਦੇ ਹਨ ਫਿਰ ਉੱਥੇ ਟ੍ਰੇਡ ਨਹੀਂ ਹੈ। ਪਰ ਅਸੀਂ ਪ੍ਰੇਮ ਨੂੰ ਵੀ ਨਹੀਂ ਜਾਣਦੇ। ਸਾਡਾ ਪ੍ਰੇਮ ਵੀ ਕੰਡੀਸ਼ਨਲ ਹੈ, ਸਰੀਰ ਨਾਲ ਜੁੜਿਆ ਹੈ ਜਾਂ ਇੱਕ ਅਵਸਥਾ ਨਾਲ ਜੁੜਿਆ ਹੈ ਜਾਂ ਇੱਕ ਸਥਿਤੀ ਨਾਲ ਜੁੜਿਆ ਹੈ। ਅਸੀਂ ਅਸਲ ਰੂਪ ਵਿੱਚ ਪ੍ਰੇਮ ਕੀ ਹੈ ਉਸ ਨੂੰ ਨਹੀਂ ਜਾਣਦੇ। ਜਿਹੜਾ ਮਹਾਰਾਜ ਕਹਿੰਦੇ ਨਾਮ ਤੋਂ ਉਤਪੰਨ ਹੁੰਦਾ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਵ। ਮਨ ਦੇ ਅੰਦਰ ਇੱਕ ਭਾਵਨਾ ਔਰ ਪ੍ਰੇਮ ਦਾ ਸੋਮਾ ਹੈ। ਗਾ ਕੇ ਆਪਣੇ ਨੇਚਰ ਬਦਲ ਕੇ ਈਗੋ ਸੈਂਟਰਡ ਮਾਈਂਡ ਤੋਂ ਤੂੰ ਸੈਂਟਰਡ ਮਾਈਂਡ ਵੱਲ ਜਾ ਕੇ, ਤੂੰ ਹੀ ਨਿਰੰਕਾਰ ਵੱਲ ਗਾ ਕੇ ਮੈਂ ਉਸ ਸੋਮੇ ਨੂੰ ਪ੍ਰਾਪਤ ਕਰ ਸਕਦਾ ਜਿੱਥੇ ਪ੍ਰੇਮ ਦਾ ਸੋਮਾ ਮਨ ਵਿੱਚ ਫੁੱਟਦਾ ਹੈ। ਤਾਂ ਦੁੱਖ ਚਲਾ ਜਾਂਦਾ ਹੈ। ਦੁੱਖ ਭਰ ਹਰ ਕਰ ਸੁੱਖ ਲੈ ਜਾਏ। ਘਰ ਦੇ ਵਿੱਚ, ਮਨ ਦੇ ਵਿੱਚ ਇੱਕ ਘਰ ਹੈ ਜਿੱਥੇ ਸੁੱਖ ਦਾ ਸੋਮਾ ਹੈ। ਫਿਰ ਰੈਸਟ ਐਂਡ ਪੀਸ ਦੀ ਗੱਲ ਅਸੀਂ ਕਰ ਸਕਦੇ ਹਾਂ। ਨਹੀਂ ਤਾਂ ਜੀਵਨ ਇੱਕ ਟ੍ਰੇਡ ਹੀ ਹੈ। ਕੁਛ ਦਿੱਤਾ, ਕੁਛ ਲਿਆ, ਕੁਛ ਲੈਣ ਦੇਣ ਹੋਇਆ। ਬੀਜ ਮੇਰੇ ਕੋਲ ਵੀ ਆ ਗਏ, ਬੀਜ ਦੂਸਰਿਆਂ ਕੋਲ ਵੀ ਚਲੇ ਗਏ ਔਰ ਉਹ ਹਿਸਾਬ ਇੱਕ ਦਿਨ ਹੁੰਦਾ ਰਹੇਗਾ। ਸਾਨੂੰ ਉਹਦਾ ਗਿਆਨ ਨਹੀਂ ਹੈ ਪਰ ਉਸ ਹਿਸਾਬ ਨਾਲ ਹੀ ਜੀਵਨ ਡਿਕਟੇਟ ਹੋਏਗਾ। ਮਹਾਰਾਜ ਕਹਿੰਦੇ ਹਨ ਹਾਉ ਵਿੱਚ ਦਿੱਤਾ, ਹਾਉ ਵਿੱਚ ਲਿਆ, ਹਾਉ ਵਿੱਚ ਖੱਟਿਆ, ਹਾਉ ਵਿੱਚ ਗਿਆ। ਹਾਉ ਵਿੱਚ ਕੁਝ ਪ੍ਰੋਫਿਟ ਹੋਇਆ, ਹਾਉ ਵਿੱਚ ਕੁਝ ਲਾਸ ਹੋਇਆ। ਇਹ ਸਭ ਹਉਮੈ ਦੇ ਐਕਸਪੀਰੀਅੰਸ ਹੈ ਜੀਵਨ। ਹਉ ਵਿੱਚ ਸੱਚਿਆਰ ਕੁੜਿਆਰ, ਸੱਚਾ ਵੀ ਬਣਿਆ ਤਾਂ ਹਉਮੈ ਮੈਂ ਸੱਚਾ ਹਾਂ ਜਾਂ ਮੈਂ ਸੱਚਾ ਨਹੀਂ ਹਾਂ, ਇਹ ਵੀ ਹਉਮੈ ਦੇ ਨਾਲ ਰਿਲੇਸ਼ਨ ਰੱਖਦਾ ਹੈ। ਜਿਵੇਂ ਅਸੀਂ ਜਾਣਦੇ ਹੀ ਜੀਵਨ ਨੂੰ ਹਉਮੈ ਕਰਕੇ ਹੈ ਤਾਂ ਸਾਨੂੰ ਸਭ ਕੁਝ ਹਉਮੈ ਦੀ ਪਰਸਪੈਕਟਿਵ ਤੋਂ ਹੀ ਦਿਖ ਰਿਹਾ ਹੈ। ਪਰ ਜੀਵਨ ਦੇ ਵਿੱਚ ਹੋਰ ਪਰਸਪੈਕਟਿਵ ਵੀ ਹੈ, ਉਹ ਸਾਹਿਬ ਸਾਨੂੰ ਸਮਝਾਣਗੇ। ਹਉ ਵਿੱਚ ਪਾਪ ਪੁੰਨ ਵਿਚਾਰ। ਜਦੋਂ ਅਸੀਂ ਪਾਪ ਔਰ ਪੁੰਨ ਕਰਦੇ ਹਾਂ ਉਹਦੇ ਵਿਚਾਰ ਵੀ ਹਉਮੈ ਵਿੱਚ ਹੀ ਉਤਰਦੇ ਹਨ। ਇਹ ਪਾਪੀ ਹੈ, ਇਹ ਪੁਨੀ ਹੈ, ਇਹ ਪਾਪ ਕਰਨਾ ਹੈ, ਇਹ ਪੁੰਨ ਕਰਨਾ ਹੈ, ਇਹ ਸਭ ਹਉਮੈ ਨਾਲ ਰਿਲੇਸ਼ਨ ਰੱਖਦਾ ਹੈ। ਮੈਂ ਕੁਝ ਪਾਪ ਕੀਤਾ, ਮੈਂ ਕੁਝ ਪੁੰਨ ਕੀਤਾ, ਮੈਂ ਹੀ ਕਰਨ ਵਾਲਾ ਹਾਂ। ਮੇਰੇ ਜ਼ਰੀਏ ਹੀ ਉਹ ਡਿਫਾਈਨ ਹੋ ਰਿਹਾ ਕਿ ਪਾਪ ਕੀ ਹੈ ਔਰ ਪੁੰਨ ਕੀ ਹੈ। ਈਗੋ ਤੋਂ ਬਿਯੋਂਡ ਵੀ ਕੁਝ ਪਰਸਪੈਕਟਿਵਸ ਨੇ ਪਰ ਉਹ ਹੁਕਮ ਦੇ ਨਾਲ ਰਿਲੇਸ਼ਨ ਰੱਖਦੇ ਹਨ। ਹਉ ਵਿੱਚ ਨਰਕ, ਸੁਰਗ, ਅਵਤਾਰ। ਨਰਕ ਔਰ ਸੁਰਗ ਵੀ ਅਸੀਂ ਹਉਮੈ ਵਿੱਚ ਡਿਫਾਈਨ ਕਰਦੇ ਹਾਂ। ਮੈਂ ਤੇ ਨਰਕ ਵਿੱਚ ਆ ਗਿਆ, ਮੈਂ ਸਵਰਗ ਵਿੱਚ ਆ ਗਿਆ, ਮੈਂ ਅਵਤਾਰ ਜਨਮ ਲਿਆ, ਉਹੀ ਅਵਤਾਰ ਕਵਾਂਗੇ। ਹਉ ਵਿੱਚ ਹੱਸੇ, ਹਉ ਵਿੱਚ ਰੋਵੇ। ਇਹ ਤੇ ਆਸਾਨ ਹੈ। ਹਉਮੈ ਵਿੱਚ ਹੀ ਮੈਂ ਹੱਸਦਾ ਹਾਂ, ਹਉਮੈ ਵਿੱਚ ਹੀ ਰੋਂਦਾ ਹਾਂ। ਚੀਨ ਵਿੱਚ ਇੱਕ ਬੜੀ ਪੁਰਾਤਨ ਕਥਾ ਹੈ, ਲਾਫਿੰਗ ਬੁੱਧਾ। ਬੜੀ ਇੰਟਰਸਟਿੰਗ ਸਟੋਰੀ ਹੈ। ਅਕਾਰਨ ਹੱਸਦਾ, ਬਿਨਾਂ ਕਾਰਨ ਹੱਸਦਾ ਹੈ ਲਾਫਿੰਗ ਬੁੱਧਾ। ਉਹ ਡਿਫਾਈਨ ਹੀ ਆਪਣੇ ਲਾਫਟਰ ਤੋਂ ਹੋ ਰਿਹਾ ਹੈ ਕਿਉਂਕਿ ਇੱਕ ਆਨੰਦ ਦੀ ਅਵਸਥਾ ਤੋਂ ਧੁਨੀ ਤੋਂ ਹੰਸੀ ਉੱਠ ਰਹੀ ਹੈ। ਪੇਟ ਉਹਦਾ ਬੜਾ ਵੱਡਾ ਹੈ ਕਿਉਂਕਿ ਉਸ ਹਾਰਾ ਸੈਂਟਰ ਨੂੰ, ਜਿਸ ਨੂੰ ਹਾਰਾ ਕਹਿੰਦੇ ਹੈ ਜਾਪਾਨੀ, ਜਿਸ ਤਰ੍ਹਾਂ ਧੁਨੀ ਹੈ ਜਿੱਥੇ ਸਾਡੀ, ਉੱਥੋਂ ਹੱਸਦਾ ਹੈ। ਉਹ ਆਪਣੇ ਪੂਰੇ ਬੀਇੰਗ ਤੋਂ, ਆਪਣੀ ਸੋਲ ਤੋਂ ਹੱਸ ਰਿਹਾ ਹੈ, ਆਪਣੀ ਆਤਮਾ ਦੇ ਰਸ ਤੋਂ ਹੱਸ ਰਿਹਾ ਹੈ। ਉਹਦੇ ਹੱਸਣ ਦਾ ਕਾਰਨ ਦੁਨਿਆਵੀ ਨਹੀਂ ਹੈ, ਉਸ ਦੇ ਹੱਸਣ ਦਾ ਕਾਰਨ ਉਹਦਾ ਆਨੰਦ ਹੈ। ਤਾਂ ਉਹ ਸਿੰਬੋਲਿਕਲੀ ਬੜਾ ਮੰਨਿਆ ਹੋਇਆ ਹੈ ਚਾਈਨਾ ਵਿੱਚ।
ਗੱਲ ਤਾਂ ਸਾਰੀ ਆਤਮ ਰਸ ਦੀ ਹੈ ਮਹਾਰਾਜ। ਲਾਫਿੰਗ ਬੁੱਧਾ, ਮਹਾਰਾਜ ਕਹਿੰਦੇ ਨੇ ਅਸੀਂ ਉਸ ਲਾਫਿੰਗ ਬੁੱਧਾ ਦੀ ਤਰ੍ਹਾਂ ਨਹੀਂ ਹੱਸ ਰਹੇ, ਅਸੀਂ ਤਾਂ ਆਪਣੇ ਹਉਮੈ ਵਿੱਚ ਹੱਸਦੇ ਹਾਂ ਔਰ ਹਉਮੈ ਵਿੱਚ ਫਿਰ ਰੋਂਦੇ ਹਾਂ। ਹਉ ਵਿੱਚ ਹੱਸੇ, ਹਉ ਵਿੱਚ ਰੋਵੇ, ਹਉ ਵਿੱਚ ਭਰੀਏ, ਹਉ ਵਿੱਚ ਧੋਵੇ। ਇਸ ਮਨ ਨੂੰ ਅਸੀਂ ਹਉਮੈ ਵਿੱਚ ਭਰਦੇ ਹਾਂ, ਐਕਸਪੀਰੀਐਂਸਿਸ ਨਾਲ ਭਰਦੇ ਹਾਂ, ਕਰਮਾਂ ਨਾਲ ਭਰਦੇ ਹਾਂ। ਇਸ ਮਨ ਨੂੰ ਅਸੀਂ ਮਲੀਨ ਕਰ ਦਿੰਦੇ ਹਾਂ, ਤਾਂ ਫਿਰ ਅਸੀਂ ਕਹਿੰਦੇ ਹਾਂ ਇਸ ਨੂੰ ਸ਼ੁੱਧ ਵੀ ਕਰਨਾ ਹੈ। ਇਹ ਸਭ ਹਉਮੈ ਦੇ ਵਿੱਚ ਹੀ ਹੋ ਰਿਹਾ ਹੈ। ਇਹ ਈਗੋ ਸੈਂਟਰਡ ਮਾਈਂਡ ਦੀ ਹੀ ਗੱਲ ਚੱਲ ਰਹੀ ਹੈ। ਹਉ ਵਿੱਚ ਜਾਤੀ ਜਿਨਸੀ ਖੋਵੇ। ਗੱਲ ਜੀਵਨ ਨੂੰ ਸਮਝਣ ਵਿੱਚ ਜਦੋਂ ਅਸੀਂ ਉਤਰਦੇ ਹਾਂ ਤਾਂ ਅਸੀਂ ਬਹੁਤ ਕੁਝ ਜਾਣ ਸਕਦੇ ਹਾਂ ਜੀਵਨ ਬਾਰੇ। ਜੀਵਨ ਦਾ ਨੇਚਰ ਕੀ ਹੈ, ਇਹ ਬਾਣੀ ਸਾਨੂੰ ਦੱਸਦੀ ਹੈ, ਪਰ ਉਹਦਾ ਐਕਸਪੀਰੀਅੰਸ ਕੀ ਹੈ, ਇਹਨੂੰ ਅਸੀਂ ਤਾਂ ਹੀ ਜਾਣ ਪਾਵਾਂਗੇ ਜਦੋਂ ਜੋ ਮਹਾਰਾਜ ਸਾਨੂੰ ਗਾਈਡ ਕਰਦੇ ਹਨ। ਮਨ ਨੂੰ ਜਿੱਤਣ ਦੀ ਗੱਲ ਜਦੋਂ ਚੱਲਦੀ ਹੈ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਉਸ ਨੂੰ ਜਿੱਤ ਲੈਣ ਹੀ ਜੀਵਨ ਨੂੰ ਜਿੱਤ ਲੈਣਾ ਹੈ। ਮਨ ਨੂੰ ਜਿੱਤਿਆ, ਮਨ ਜੀਤੇ ਜਗ ਜੀਤ। ਤਾਂ ਹਉ ਵਿੱਚ ਜਾਤੀ ਜਿਨਸੀ ਖੋਵੇ। ਇਹ ਜੀਵਨ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਅਸੀਂ ਗਵਾਚ ਜਾਂਦਾ ਹੈ ਸਾਡੇ ਤੋਂ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ। ਇਹ ਜਿਹੜਾ ਮੂਰਖ ਹੈ ਔਰ ਜਿਹੜਾ ਸਿਆਣਾ ਹੈ ਇਹਦੇ ਹਉਮੈ ਵਿੱਚ ਹੀ ਡਿਫਾਈਨ ਹੋ ਰਿਹਾ ਹੈ, ਈਗੋ ਵਿੱਚ ਹੀ ਡਿਫਾਈਨ ਹੋ ਰਿਹਾ ਹੈ। ਮੋਖ ਮੁਕਤ ਕੀ ਸਾਰ ਨਾ ਜਾਣਾ। ਗੁਰੂ ਨਾਨਕ ਸਾਹਿਬ ਸਮਝਾ ਰਹੇ ਹਨ ਕਿ ਇਸ ਹਉਮੈ ਰੂਪੀ ਮਨ ਦੇ ਵਿੱਚ ਇਹਦਾ ਇੱਕ ਨੇਚਰ ਹੈ, ਇਹ ਫਰੀਡਮ ਨਹੀਂ ਜਾਣਦਾ, ਇਹ ਆਜ਼ਾਦੀ ਨਹੀਂ ਜਾਣਦਾ, ਇਹ ਬੰਨਿਆ ਹੋਇਆ ਹੈ। ਇਹ ਟਾਈਡ ਹੈ ਕਿਸ ਦਾ? ਆਪਣੇ ਐਕਸਪੀਰੀਅੰਸ ਦਾ ਟਾਈਡ ਹੈ। ਮੋਹ ਔਰ ਮਾਣ ਕਰਕੇ ਇਹ ਬੰਨਿਆ ਹੋਇਆ ਹੈ। ਹੁਣ ਇਹਨਾਂ ਐਕਸਪੀਰੀਅੰਸਿਸ ਦੇ ਵਿੱਚ ਹੀ ਘੁੰਮਦਾ ਰਹੇਗਾ, ਲੈਣ ਦੇਣ ਦੇ, ਹੱਸਣ ਰੋਣ ਦੇ, ਜੀਣ ਮਰਨ ਦੇ, ਇਹ ਸਭ ਮੂਵਮੈਂਟ ਵਿੱਚ ਹੀ ਹੈ ਜੀਵਨ, ਔਰ ਇਹਦੇ ਵਿੱਚ ਆਜ਼ਾਦੀ ਨਹੀਂ ਹੈ। ਮੋਖ ਮੁਕਤ ਕੀ ਸਾਰ ਨਾ ਜਾਣਾ। ਇਹ ਜਿਹੜਾ ਮਨ ਦਾ ਸਟੇਟ ਹੈ ਨਾ ਮੋਕਸ਼ ਜਾਣਦਾ ਹੈ ਨਾ ਮੁਕਤੀ ਜਾਣਦਾ ਹੈ, ਫਰੀਡਮ ਨਹੀਂ ਜਾਣਦਾ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ। ਇਹ ਹਉਮੈ ਕਰਕੇ ਜੀਵਨ ਦਾ ਅਸਲ ਪਰਸਪੈਕਟਿਵ ਨਹੀਂ ਦੇਖ ਪਾਉਂਦੇ ਅਸੀਂ ਕਿ ਜੀਵਨ ਸਦਾ ਲਈ ਨਹੀਂ ਹੈ, ਸਭ ਪਾਸੇ ਨਿਰੰਕਾਰ ਹੈ। ਇਹ ਤੇਰੇ ਬ੍ਰਹਮੰਡ ਸੱਚੇ ਹਨ, ਇਹਦੇ ਵਿੱਚ ਤੂੰ ਜੀ ਰਿਹਾ ਹੈ, ਇਹ ਮੈਂ ਦੇਖ ਨਹੀਂ ਪਾਉਂਦਾ। ਇਹ ਮੇਰੇ ਹਉਮੈ ਕਰਕੇ ਇਨਸੂਲੇਟਡ ਹੈ ਮੇਰਾ ਮਨ, ਕਿਉਂਕਿ ਮੈਂ ਜੀਵਨ ਹੀ ਹਉਮੈ ਤੋਂ ਸ਼ੁਰੂ ਕੀਤਾ ਹੈ। ਅਗਰ ਮੈਂ ਇਸ ਹਉਮੈ ਦੇ ਬਿਯੋਂਡ ਦੇ ਜੀਵਨ ਨੂੰ ਜਾਣਨਾ ਚਾਹੁੰਦਾ ਹਾਂ ਤਾਂ ਮੈਨੂੰ ਕੁਝ ਹੋਰ ਰਸਤਾ ਢੂੰਡਣਾ ਪਏਗਾ। ਜੀਵਨ ਨੂੰ ਮੈਂ ਜਾਣਿਆ ਹੀ, ਬਰਥ ਹੀ ਜੀਵਨ ਦਾ ਹਉਮੈ ਤੋਂ ਹੋਇਆ ਹੈ, ਤਾਂ ਮੈਂ ਸਦਾ ਲਈ ਜੀਵਨ ਜਾਣਦਾ ਹਾਂ। ਤਾਂ ਉਹ ਮੇਰੀ ਮਾਇਆ ਹੈ। ਮੈਂ ਜੀਵਨ ਨੂੰ ਗਲਤ ਪਰਸਪੈਕਟਿਵ ਤੋਂ ਦੇਖ ਰਿਹਾ ਹਾਂ, ਕਿਉਂਕਿ ਹਉਮੈ ਮੇਰੇ ਵਿਜ਼ਨ ਨੂੰ ਇਨਸੂਲੇਟ ਕਰ ਰਹੀ ਹੈ। ਮੈਂ ਹੋਰਾਈਜ਼ਨ ਤੱਕ ਦੇਖ ਸਕਦਾ ਹਾਂ, ਪਰ ਮੈਂ ਇੱਕ ਪਰਦਾ ਆਪਣੇ ਅੱਗੇ ਲਗਾ ਦਿੱਤਾ। ਮੈਂ ਇੱਕ ਫਾਲਸ ਦੀਵਾਰ ਲਗਾ ਦਿੱਤੀ, ਉਹ ਮੈਨੂੰ ਪਾਰ ਦੇਖਣ ਨਹੀਂ ਦੇ ਰਹੀ। ਉਸ ਫਾਲਸ ਦੀਵਾਰ ਨੂੰ ਅਸੀਂ ਈਗੋ ਕਵਾਂਗੇ, ਪਰ ਉਸ ਈਗੋ ਕਰਕੇ ਹੀ ਮੇਰਾ ਜੀਵਨ ਹੈ, ਇਸ ਕਰਕੇ ਉਸ ਨੂੰ ਗੇਰ ਵੀ ਨਹੀਂ ਮੈਂ ਪਾ ਰਿਹਾ। ਤਾਂ ਫਿਰ ਰਸਤਾ ਕੀ ਹੈ? ਇਹ ਨੇਚਰ ਆਫ ਈਗੋ ਗੁਰੂ ਸਮਝਾ ਰਿਹਾ ਹੈ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਉਹਦੇ ਕਰਕੇ ਛਾਇਆ ਪਈ ਹੈ ਮੇਰੇ ਮਨ ਦੇ ਉੱਪਰ। ਮੈਂ ਵਿਜ਼ਨ ਨੂੰ ਦੇਖ ਨਹੀਂ ਪਾਉਂਦਾ। ਰੀਅਲ ਲਾਈਫ ਹੈ ਕੀ? ਅਨਚੇਂਜਿੰਗ ਵਰਲਡ ਕਿਹੜੀ ਹੈ?
ਮਹਾਰਾਜ ਕਹਿੰਦੇ ਨੇ ਹਉਮੈ ਕਰ ਕਰ ਜੰਤ ਉਪਾਇਆ। ਹਉਮੈ ਦੇ ਕ੍ਰੀਏਸ਼ਨ ਕਰਕੇ ਜੀ ਔਰ ਜੰਤ ਸਭ ਉਪਾਏ ਹਨ, ਸਭ ਬਣਦੇ ਹਨ। ਨਾਲ ਫਿਰ ਇੱਕ ਬੜੀ ਡੂੰਘੀ ਗੱਲ ਸਮਝਾਉਂਦੇ ਹਨ, ਹਉਮੈ ਬੂਝੇ ਤਾਂ ਦਰ ਸੂਝੇ। ਮੈਂ ਇਸ ਨੇਚਰ ਨੂੰ ਜਾਣ ਲਵਾਂ, ਸਿਰਫ ਸ਼ਬਦਾਂ ਵਿੱਚ ਨਹੀਂ, ਮਨ ਦੇ ਵਿੱਚ ਉਤਰ ਕੇ ਇਸ ਐਕਸਪੀਰੀਅੰਸ ਨੂੰ ਜਾਣ ਲਵਾਂ ਕਿ ਮਨ ਦੇ ਬਿਯੋਂਡ ਹਉਮੈ ਦੇ ਮਨ ਤੋਂ ਬਿਯੋਂਡ ਕੀ ਹੈ, ਤਾਂ ਫਿਰ ਮੈਂ ਬੁੱਝ ਲਵਾਂਗਾ ਕਿ ਦਰ ਕਿਹੜਾ ਹੈ ਉਹਦਾ। ਜਾਂ ਇਸ ਤਰ੍ਹਾਂ ਸਮਝੀਏ ਕਿ ਉਹਦਾ ਦਰ ਮੈਂ ਜਾਣ ਲਿਆ ਤਾਂ ਮੈਂ ਹਉਮੈ ਦੇ ਨੇਚਰ ਨੂੰ ਜਾਣ ਲਵਾਂਗਾ, ਕਿਉਂਕਿ ਉਹਦਾ ਦਰ ਸੁੱਝ ਜਾਏਗਾ ਜਦੋਂ ਹਉਮੈ ਨੂੰ ਜਾਣ ਜਾਵਾਂਗਾ ਕਿ ਹਉਮੈ ਅਸਲ ਵਿੱਚ ਹੈ ਕੀ। ਉਸ ਐਕਸਪੀਰੀਅੰਸ ਨੂੰ ਜਾਣ ਲਵਾਂਗਾ ਤਾਂ ਮੈਂ ਜਾਣਾਂਗਾ ਕਿ ਉਹਦਾ ਦਰ ਕੀ ਹੈ। ਗਿਆਨ ਵਿਹੂਣਾ ਕਥ ਕਥ ਲੂਝੇ, ਪਰ ਮੈਨੂੰ ਗਿਆਨ ਨਹੀਂ ਹੈ। ਬਿਨਾਂ ਗਿਆਨ ਦੇ ਮੈਂ ਲੋਕਾਂ ਨੂੰ ਗਿਆਨ ਦਿੰਦਾ ਹਾਂ, ਬੋਲਦਾ ਰਹਿੰਦਾ ਹਾਂ ਤਾਂ ਲੁੱਝਦਾ ਰਹਿੰਦਾ ਹਾਂ, ਪਰੇਸ਼ਾਨੀਆਂ ਵਿੱਚ ਆਰਗਿਊ ਕਰਦਾ ਰਹਿੰਦਾ ਹਾਂ। वेद कते बिफ्तरा पाई, दिल का फिक्र न जाए, टुक दम करारी जो करे, हाजिर हजूर खुदाए। ਇਹ ਕਿਹੜਾ ਐਕਸਪੀਰੀਅੰਸ ਹੈ ਜਿੱਥੇ ਹਜ਼ੂਰ ਹਾਜ਼ਰ ਦਿਖਦੇ ਹਨ। ਮੈਂ ਕਹਿ ਸਕਦਾ ਇਹ ਤੇ ਬੜੀ ਦੂਰ ਦੀ ਅਵਸਥਾ ਹੈ, ਮੇਰੇ ਵਾਸਤੇ ਨਹੀਂ ਹੈ। ਬਿਲਕੁਲ ਠੀਕ ਹੈ, ਪਰ ਇਸ ਨੂੰ ਇਸ ਤਰ੍ਹਾਂ ਦੇਖੀਏ ਕਿ ਇਹ ਸਾਡੇ ਸਾਰਿਆਂ ਦਾ ਪੋਟੈਂਸ਼ੀਅਲ ਹੈ, ਮੇਰੇ ਨਾਲ ਜੀ ਰਿਹਾ ਐਕਸਪੀਰੀਅੰਸ ਹੈ। ਔਰ ਇਸ ਦਰਵਾਜ਼ੇ ਵੱਲ ਨਾ ਜਾਣਾ ਇੱਕ ਇਸ ਜਰਨੀ ਵੱਲ ਲੈ ਜਾਂਦਾ ਹੈ, ਇਹੋ ਜਿਹੀ ਜਰਨੀ ਵੱਲ ਲੈ ਜਾਂਦਾ ਜਿਹੜੀ ਕਦਾ ਖਤਮ ਨਹੀਂ ਹੋਏਗੀ। ਅਲਟੀਮੇਟਲੀ ਇਸ ਦਰਵਾਜ਼ੇ ਨੂੰ ਹੀ ਲੱਭਣਾ ਪਏਗਾ। ਨਾਨਕ ਹੁਕਮੀ ਲਿਖੀਏ ਲੇਖ, ਗੁਰੂ ਸਾਹਿਬ ਕਹਿੰਦੇ ਹਨ ਕਿ ਸਭ ਦੇ ਲੇਖ, ਸਭ ਦੇ ਕਰਮ ਉਹਦੇ ਹੁਕਮ ਦੇ ਅਨੁਸਾਰ, ਉਹਦੇ ਆਰਡਰ ਦੇ ਅਨੁਸਾਰ ਲਿਖੇ ਗਏ ਹਨ। ਜੋ ਜਿਵੇਂ ਕਰਦਾ ਹੈ ਉਵੇਂ ਉਹਨੂੰ ਮਿਲਦਾ ਹੈ, ਉਹਦੇ ਨਾਲ ਲਿਖਿਆ ਹੈ। ਉਹਦੇ ਮਨ ਵਿੱਚ ਉਹਦੇ ਸਾਰੇ ਕਰਮ ਦੀ ਪੂਰਾ ਬੈਗੇਜ ਨਾਲ ਹੀ ਚੱਲਦਾ ਹੈ, ਉਸ ਅਨੁਸਾਰ ਉਹਦਾ ਜੀਵਨ ਬਹਿੰਦਾ ਹੈ। ਜਿਹਾ ਵੇਖੈ ਤਿਹਾ ਵੇਖ, ਜਿਵੇਂ ਅਸੀਂ ਵੇਖਦੇ ਹਾਂ ਤਿਵੇਂ ਨਿਰੰਕਾਰ ਸਾਨੂੰ ਵੇਖਦਾ ਹੈ, ਜੀਵਨ ਸਾਨੂੰ ਵੇਖਦਾ ਹੈ। ਅਸੀਂ ਦੁਨੀਆ ਨੂੰ ਨੀਵਾਂ ਜਾਣਦੇ ਹਾਂ ਆਪਣੇ ਤੋਂ, ਤਾਂ ਅਸੀਂ ਨੀਵੇਂ ਹੋ ਜਾਂਦੇ ਹਾਂ। ਅਸੀਂ ਜੀਵਨ ਨੂੰ ਆਨੰਦ ਵਿੱਚ ਜਾਣਦੇ ਹਾਂ ਤਾਂ ਅਸੀਂ ਆਨੰਦਿਤ ਹੋ ਜਾਂਦੇ ਹਾਂ। ਅਸੀਂ ਕਿਸੇ ਨੂੰ ਉੱਚਾ ਜਾਣਦੇ ਹਾਂ, ਸਭ ਨੂੰ ਆਪਣੇ ਤੋਂ ਉੱਚਾ ਜਾਣਦੇ ਹਾਂ ਤਾਂ ਸਾਡੀ ਮਾਨਸਿਕ ਅਵਸਥਾ ਉੱਚੀ ਹੋ ਜਾਂਦੀ ਹੈ। ਮੇਰੇ ਦੇਖਣ ਦੇ ਪਰਸਪੈਕਟਿਵ ਵਿੱਚ ਜੀਵਨ ਡਿਫਾਈਨ ਹੁੰਦਾ ਹੈ। ਮਹਾਰਾਜ ਦੱਸਦੇ ਹਨ ਕਿ ਇਹ ਮੇਰੇ ਹੱਥ ਵਿੱਚ ਹੈ ਕਿ ਮੈਂ ਜੀਵਨ ਨੂੰ ਕਿਵੇਂ ਦੇਖਾਂਗਾ। ਅੱਗੇ ਪੌੜੀ ਮਹਿਲਾ ਦੂਜਾ, ਗੁਰੂ ਅੰਗਦ ਸਾਹਿਬ ਦੀ ਬੜੀ ਪਿਆਰੀ ਬਾਣੀ ਸ਼ੁਰੂ ਹੁੰਦੀ ਹੈ। ਇਸ ਹਉਮੈ ਦੇ ਉੱਤੇ, ਈਗੋ ਦੇ ਉੱਤੇ ਇੱਕ ਸਿਨੋਪਸਿਸ, ਇੱਕ PhD ਦੀ ਤਰ੍ਹਾਂ ਹੈ ਪੌੜੀ। ਮੈਂ ਹਾਂ ਕੀ, ਇਹਦਾ ਗਿਆਨ ਹੈ ਇਹਦੇ ਵਿੱਚ ਛਿਪਿਆ ਹੋਇਆ, ਪਰ ਇਸ ਨੂੰ ਜਾਣ, ਇਹਦੇ ਨਾਲ ਪੂਰੀ ਤਰ੍ਹਾਂ ਇਸ ਪੌੜੀ ਨੂੰ ਐਕਸਪੀਰੀਅੰਸ ਕਰਨ ਲਈ ਇਹਦੇ ਐਕਸਪੀਰੀਅੰਸ ਵਿੱਚ ਉਤਰਨਾ ਪਏਗਾ। ਉਹ ਅੱਗੇ ਸਮਝਾਣਗੇ ਕਿਵੇਂ ਉਤਰਨਾ ਹੈ ਉਹਦੇ 'ਚ। ਇਸ਼ੂ ਕੀ ਆਉਂਦੀ ਹੈ ਕਿ ਇਸ ਸਬਜੈਕਟ ਵਿੱਚ, ਆਤਮ ਰਸ ਦੇ ਗਿਆਨ ਦੇ ਵਿੱਚ ਮਿਹਨਤ ਦੀ ਵੀ ਕੁਝ ਲੋੜ ਹੈ, ਕੁਝ ਸੰਗਤ ਦੀ ਲੋੜ ਹੈ, ਕੁਝ ਅਰਦਾਸ ਦੀ ਲੋੜ ਹੈ, ਗੁਰੂ ਦੀ ਅਪਾਰ ਕਿਰਪਾ ਦੀ ਲੋੜ ਹੈ, ਪ੍ਰੇਮ ਦੀ ਲੋੜ ਹੈ। ਮਹਾਰਾਜ, ਪ੍ਰੇਮ ਤਾਂ ਸਭ ਕੁਝ ਸੌਖਾ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪ੍ਰੇਮ ਉਜਾਗਰ ਕਰਦੇ ਹਨ।
ਉਸ ਪ੍ਰੇਮ ਦੇ ਪਹਾਵ ਵਿੱਚ ਸਰਲ ਹੋ ਜਾਂਦਾ ਹੈ, ਔਖਾ ਜੀਵਨ ਵੀ ਸੌਖਾ ਹੋ ਜਾਂਦਾ ਹੈ। ਇਹ ਦਰਵਾਜ਼ਾ ਅਗਰ ਇਸ ਜੀਵਨ ਵਿੱਚ ਖੋਲ੍ਹ ਲਈਏ ਤਾਂ ਇੱਕ ਨਵਾਂ ਜੀਵਨ ਪਾ ਸਕਦੇ ਹਾਂ। ਗੱਲਾਂ ਵਿੱਚ ਨਹੀਂ, ਐਕਸਪੀਰੀਅੰਸ ਵਿੱਚ। ਤਾਂ ਜਿਵੇਂ ਭਗਤ ਕਬੀਰ ਕਹਿੰਦੇ ਹਨ, ਅੱਗੇ ਹਸੀ ਨਾ ਹੋਏ, ਇਸ ਜੀਂਦੇ ਜੀ ਇਹੋ ਜਿਹੇ ਜੀਵਨ ਜੀ ਲਈਏ। ਰੋਂਦੇ ਆਏ ਹਾਂ ਤਾਂ ਸਾਡੀ ਹਸੀ ਨਾ ਬਣ ਜਾਏ। ਗੁਰੂ ਤਾਂ ਹਰ ਜਗ੍ਹਾ ਹੈ, ਗੁਰੂ ਦਾ ਕੀ ਵਿਗੜ ਸਕਦਾ ਹੈ। ਮੂਵਮੈਂਟ ਵਿੱਚ ਮੈਂ ਆਜ਼ਾਦ ਨਹੀਂ ਹਾਂ, ਮੈਂ ਬੰਧਨ ਵਿੱਚ ਰਵਾਂਗਾ, ਸਦਾ ਹੀ ਬੰਧਨ ਵਿੱਚ ਰਵਾਂਗਾ। ਇਹ ਮੈਨੂੰ ਸਮਝਣਾ ਹੈ, ਇਹ ਮੇਰੀ ਚੋਇਸਿਸ ਹਨ। ਜਿਵੇਂ ਮੈਂ ਕਰਾਂਗਾ ਇਵੇਂ ਮੈਂ ਪਰਾਂਗਾ। ਮਹਾਰਾਜ ਕਹਿੰਦੇ ਨੇ, ਮਹਿਲਾ ਦੂਜਾ, ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ। ਇਸ ਹਉਮੈ ਵਿੱਚ ਹੀ ਜੀਵਨ ਹੈ। ਇਹਦਾ ਐਕਸਪੀਰੀਅੰਸ ਇਸ ਤਰ੍ਹਾਂ ਹੀ ਹੈ, ਇਹਦਾ ਨੇਚਰ ਇਸ ਤਰ੍ਹਾਂ ਹੀ ਹੈ, ਇਹਦੀ ਉਤਪੱਤੀ ਇਸੇ ਤਰ੍ਹਾਂ ਹੀ ਹੈ। ਇਸ ਤੋਂ ਹੀ ਜੀਵਨ ਬਣਦਾ ਹੈ ਔਰ ਇਹਦੇ ਵਿੱਚ ਹੀ ਮੈਂ ਕਰਮ ਕਮਾਉਂਦਾ ਹਾਂ। ਜਿਸ ਗੱਲ ਨੂੰ ਮੈਂ ਸਮਝਣਾ ਚਾਹੁੰਦਾ ਹਾਂ ਜੀਵਨ ਬਾਰੇ, ਉਹ ਜੀਵਨ ਦਾ ਨੇਚਰ ਹੈ। ਸੁਭਾਅ ਜੀਵਨ ਦਾ ਹਉਮੈ ਹੈ। ਮੈਂ ਹਉਮੈ ਕਰਕੇ ਜੀਵਨ ਨੂੰ ਜਾਣਦਾ ਹਾਂ ਔਰ ਇਹਦੇ ਵਿੱਚ ਕਰਮਾਂ ਦਾ ਗਵਰਨੈਂਸ ਹੈ। ਚੰਗਾ ਔਰ ਮਾੜਾ ਇਸ ਹਉਮੈ ਦੇ ਵਿੱਚ ਹੀ ਹੈ, ਉਹ ਮੈਂ ਉਸੇ ਨੂੰ ਜੀ ਰਿਹਾ ਹਾਂ। ਤਾਂ ਮਹਾਰਾਜ ਕਹਿੰਦੇ ਹਨ, ਹਉਮੈ ਇਹੀ ਬੰਧਨਾ, ਫਿਰ ਜੋ ਨਹੀਂ ਪਾਏ। ਔਰ ਐਸੇ ਕਾਰਨ ਕਰਕੇ ਮੈਂ ਬੰਧਨ ਵਿੱਚ ਹਾਂ। ਜਿਵੇਂ ਇੱਕ ਇਨਸੂਲੇਸ਼ਨ ਹੈ ਮੇਰੇ ਆਲੇ ਦੁਆਲੇ, ਮੈਨੂੰ ਉਹ ਦੇਖਣ ਨਹੀਂ ਦੇ ਰਹੀ ਜੀਵਨ ਕੀ ਹੈ ਉਸੇ ਕਰਕੇ ਜੀਵਨ, ਪਰ ਉਹ ਲਿਮਿਟ ਵੀ ਕਰ ਰਹੀ ਹੈ ਮੇਰੇ ਵਿਜ਼ਨ ਨੂੰ। ਮਹਾਰਾਜ ਕਹਿੰਦੇ ਹਨ, ਇਸ ਕਰਕੇ ਫਿਰ ਜੋਨੀ ਵਿੱਚ ਪੈਂਦਾ ਹੈ ਇਨਸਾਨ। ਇਸ ਬੰਧਨ ਕਰਕੇ ਹੀ ਉਹਨੂੰ ਮੁਕਤੀ ਨਹੀਂ, ਆਜ਼ਾਦੀ ਨਹੀਂ ਮਿਲਦੀ। ਇੱਕ ਬੜਾ ਵੱਡਾ ਪ੍ਰਸ਼ਨ ਹੁਣ ਅੱਗੇ ਗੁਰੂ ਉਠਾਉਂਦੇ ਹਨ, ਹਉਮੈ ਕਿੱਥੋਂ ਉਪਜੇ, ਕਿਤ ਸੰਜਮ ਇਹ ਜਾਏ। ਫਿਰ ਇਸ ਹਉਮੈ ਤੋਂ ਆਜ਼ਾਦੀ ਕੀ ਹੈ, ਇਹ ਉਪਜਦੀ ਕਿਵੇਂ ਹੈ। ਇੱਕ ਪ੍ਰਸ਼ਨ ਇਸ ਤਰ੍ਹਾਂ ਦਾ ਹੈ, ਕਹਾਂ ਤੇ ਆਵੇ, ਕਹਾਂ ਇਹ ਜਾਵੇ, ਕਹਾਂ ਇਹ ਰਹੇ ਸਮਾਈ। ਸਿੱਧ ਗੋਸ਼ਟ ਵਿੱਚ ਇਹ ਪ੍ਰਸ਼ਨ ਉੱਠਿਆ, ਹਉਮੈ ਕਿੱਥੋਂ ਉਪਜਦੀ ਹੈ ਹਜੂਰ, ਔਰ ਇਹ ਜਾਏਗੀ ਕਿਵੇਂ। ਗੁਰੂ ਅੰਗਦ ਸਾਹਿਬ ਸਮਝਾਉਂਦੇ ਹਨ, ਹਉਮੈ ਇਹੋ ਹੁਕਮ ਹੈ, ਇਹ ਕ੍ਰੀਏਸ਼ਨ ਦਾ ਨੇਚਰ ਹੈ, ਐਸੇ ਨਾਲ ਜੀਵਨ ਹੈ। ਅੱਜ ਅਗਰ ਹਉਮੈ ਖਤਮ ਹੋ ਜਾਏ ਸਭ ਦੀ, ਤਾਂ ਨਿਰੰਕਾਰ ਰਹਿ ਜਾਏਗਾ, ਬਸ ਫਿਰ ਜੀਵਨ ਨਹੀਂ ਰਹੇਗਾ। ਤਾਂ ਗੁਰੂ ਨੇ ਸਾਨੂੰ ਸਿੱਧਗੋਸ਼ਟ ਵਿੱਚ ਵੀ ਸਮਝਾਇਆ ਹੈ ਕਿ ਇਸ ਹਉਮੈ ਨੂੰ ਜੀਂਦੇ ਹੋਏ ਇਸ ਤੋਂ ਪਰੇ ਨਿਗਾਹ ਰੱਖਣੀ, ਇਸ ਤੋਂ ਪਰੇ ਧਿਆਨ ਰੱਖਣਾ, ਇਸ ਤੋਂ ਬਿਯੋਂਡ ਚਲੇ ਜਾਣ ਦੀ ਵਿਧੀ ਹੈ। ਜੀਵਨ ਤੁਹਾਨੂੰ ਫਿਰ ਨਿਰਲੇਪ ਜੀਵਨ ਨੂੰ ਅਸੀਂ ਜੀ ਪਾਵਾਂਗੇ। ਜੈਸੇ ਜਲ ਮੇਂ ਕਮਲ ਨਿਰਾਲਮ, ਮੁਰਗਾਈ ਨਹਿਸਾਣੇ, ਸੁਰਤ ਸ਼ਬਦ ਭਵਸਾਗਰ ਤਰੀਏ, ਨਾਨਕ ਨਾਮ ਬਖਾਣੇ। ਇਸ ਹਉਮੈ ਤੋਂ ਪਰੇ ਸੁਰਤ ਔਰ ਸ਼ਬਦ ਦੀ ਗੱਲ ਚੱਲ ਪੈਂਦੀ ਹੈ। ਜਿੰਦੇ ਜੀ ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭ ਹੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਗੁਰੂ ਕਹਿੰਦੇ ਹਨ, ਹਉਮੈ ਦੀਰਘ ਰੋਗ ਹੈ, दारू भी ਇਸ ਮਾਹੇ। ਇੱਕ ਬੜਾ ਵੱਡਾ ਰੋਗ ਹੈ, ਪਰ ਇਹਦੇ ਅੰਦਰ ਹੀ, ਇਸ ਹਉਮੈ ਦੇ ਅੰਦਰ ਹੀ ਇਹਦੀ दारू ਵੀ ਹੈ।
ਇਹ ਕਿਵੇਂ ਹੋ ਗਿਆ ਹਜੂਰ? ਇੱਕ ਨਦੀ ਹੈ, ਨਦੀ ਦੇ ਵਿੱਚ ਮੈਂ ਇੱਕ ਕਿਸ਼ਤੀ ਵਿੱਚ ਉਤਰ ਗਿਆ ਹਾਂ ਔਰ ਉਸ ਕਿਸ਼ਤੀ ਦੇ ਵਿੱਚ ਹੁਣ ਬਹਿੰਦਾ ਜਾ ਰਿਹਾ ਹਾਂ। ਤਾਂ ਇਹ ਹਉਮੈ ਇਸ ਕਿਸ਼ਤੀ ਦੀ ਤਰ੍ਹਾਂ ਹੈ, ਹੁਣ ਮੈਨੂੰ ਬਹਾਵ ਵਿੱਚ ਲਿਜਾ ਰਹੀ ਹੈ, ਇੱਕ ਮੂਵਮੈਂਟ ਵਿੱਚ ਚਲਾ ਰਹੀ ਹੈ, ਐਕਸਪੀਰੀਐਂਸਿਸ ਦੇ ਰਹੀ ਹੈ, ਇੱਕ ਰੋਗ ਦੀ ਤਰ੍ਹਾਂ ਮੇਰੇ ਨਾਲ ਲੱਗ ਗਈ ਹੈ। ਹੁਣ ਮੈਂ ਹੋਰ ਕੁਝ ਜਾਣਦਾ ਨਹੀਂ ਹਾਂ, ਪਰ ਇਹੀ ਕਿਸ਼ਤੀ ਇਸ ਨਦੀ ਦੇ ਪਾਰ ਜਾਣ ਦੀ ਵਿਧੀ ਵੀ ਹੈ। ਅਗਰ ਮੈਂ ਇਸ ਹਉਮੈ ਨੂੰ ਉਸ ਤੱਟ ਤੇ ਲੈ ਜਾਵਾਂ ਜਿਸ ਨੂੰ ਮਹਾਰਾਜ ਸਹਿਜ ਕਹਿੰਦੇ ਹਨ, ਤਾਂ ਮੈਂ ਇਸ ਤੋਂ ਪਾਰ ਜਾ ਸਕਦਾ ਹਾਂ, ਹਉਮੈ ਤੇ ਪਾਰ ਦੀ ਅਵਸਥਾ ਨੂੰ ਜਾਣ ਸਕਦਾ ਹਾਂ, ਆਜ਼ਾਦੀ ਜਾਣ ਸਕਦਾ ਹਾਂ, ਜੀਵਨ ਦੀ ਮੋਖ ਮੁਕਤ ਕੀ ਸਾਰ ਨਾ ਜਾਣਾ। ਪਰ ਇਹਦੇ ਵਿੱਚ ਹਜ਼ੂਰ ਕਹਿੰਦੇ ਹਨ ਇੱਕ ਕਿਰਪਾ ਦੀ ਦ੍ਰਿਸ਼ਟੀ ਦੀ ਲੋੜ ਹੈ, ਮੈਂ ਆਪ ਨਹੀਂ ਕਰ ਪਾਵਾਂਗਾ। ਜੇ ਮੈਂ ਕਹਾਂ ਮੈਂ ਹਉਮੈ ਨੂੰ ਤਿਆਗ ਦਿਆਂਗਾ ਆਪ ਹੀ, ਤਾਂ ਤਿਆਗਣ ਵਾਲਾ ਕੌਣ ਹੈ? ਮੈਂ ਹੀ ਹਾਂ। ਜਿਵੇਂ ਇੱਕ ਖੂਹ ਦੇ ਵਿੱਚ ਮੈਂ ਗਿਰ ਗਿਆ ਹਾਂ, ਮੈਂ ਜਿਤਨਾ ਸਟਰਗਲ ਕਰਾਂਗਾ ਉਤਨਾ ਹੋਰ ਧਿਸਦਾ ਜਾਵਾਂਗਾ। ਕਿਰਪਾ ਦੀ ਲੋੜ ਹੈ, ਪਰ ਕਿਰਪਾ ਕਿਵੇਂ ਮਿਲੇਗੀ ਉਹ ਵੀ ਹਜ਼ੂਰ ਫਿਰ ਦੱਸਦੇ ਹਨ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਹੁਣ ਅਸੀਂ ਉਸ ਤੀਜੇ ਇਸ਼ੂ ਤੇ ਆ ਗਏ ਜਿਹਦੀ ਮੈਂ ਗੱਲ ਪਹਿਲਾਂ ਛੇੜੀ ਸੀ, ਹਉਮੈ, ਮਨ ਔਰ ਸ਼ਬਦ। ਗੁਰੂ ਸਾਹਿਬ ਕਹਿੰਦੇ ਹਨ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਸਾਨੂੰ ਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ, ਇਹ ਜੀਓ ਬਹੁਤੇ ਜਨਮ ਭਰਮਿਆ, ਤਾਂ ਗੁਰੂ ਨੇ ਸ਼ਬਦ ਸੁਣਾਇਆ। ਇਹ ਕੀ ਹੈ? ਗੁਰੂ ਸ਼ਬਦ ਸੁਣਾ ਰਿਹਾ ਹੈ। ਬਾਣੀ ਵਿੱਚ ਹਜ਼ੂਰ ਕਹਿੰਦੇ ਹਨ ਜਪ ਮਨ ਸਤਨਾਮ ਸਦਾ ਸਤਨਾਮ, ਜਨ ਨਾਨਕ ਕੋ ਗੁਰ ਅਹਿਮਦ ਦੀਨੀ, ਜਪ ਹਰ ਭਵ ਜਲ ਤਰਨਾ। ਇਹ ਜਪਣ ਨਾਲ ਮੈਂ ਇਸ ਦੁਨੀਆ ਦੇ ਪਾਰ ਜਾ ਸਕਦਾ, ਅਸੀਂ ਹਉਮੈ ਤੋਂ ਪਾਰ ਜਾ ਸਕਦੇ ਹਾਂ, ਇਸ ਤਰ੍ਹਾਂ ਸਮਝ ਲਈਏ। ਹੁਣ ਇਹ ਕੀ ਹੈ? ਇਹ ਕੀ ਟੈਕਨੋਲੋਜੀ ਹੈ? ਮਨ ਨੂੰ ਮੈਂ ਸ਼ਬਦ ਨਾਲ ਜੋੜਿਆ, ਜਿਸ ਤਰ੍ਹਾਂ ਜਪਜੀ ਵਿੱਚ ਸਾਹਿਬ ਕਹਿੰਦੇ ਹਨ ਗਾਵੀਏ ਸੁਣੀਏ, ਗਾਇਆ ਔਰ ਸੁਣਿਆ, ਮਨ ਨੂੰ ਜੋੜਿਆ, ਆਪਣੀ ਫੈਕਲਟੀਜ਼ ਨੂੰ ਮਨ ਨਾਲ ਜੋੜ ਦਿੱਤਾ, ਸ਼ਬਦ ਨਾਲ ਜੋੜ ਦਿੱਤਾ। ਮੂਲ ਮੰਤਰ ਦੇ ਵਿੱਚ ਬਹਿ ਕੇ ਅੱਖਾਂ ਬੰਦ ਕਰਕੇ ਫੈਕਲਟੀਜ਼ ਔਰ ਪੂਰੇ ਮਨ ਦੀ ਐਨਰਜੀ ਨੂੰ ਸ਼ਬਦ ਨਾਲ ਜੋੜ ਲਿਆ, ਤਾਂ ਇਹ ਮੈਨੂੰ ਉਸ ਮਨ ਦੇ ਵਿੱਚ ਲੈ ਜਾਏਗਾ ਜਿਹੜਾ ਹਉਮੈ ਤੋਂ ਪਰੇ ਦਾ ਮਨ ਮੇਰੇ ਨਾਲ ਵਸਦਾ ਹੈ। ਪ੍ਰੇਮ ਜਗੇਗਾ ਮਨ ਵਿੱਚ। ਸ਼ਬਦ ਕੀ ਹੈ? ਕਠੋਰ ਉਪਨਿਸ਼ਦ ਦੇ ਵਿੱਚ ਇੱਕ ਡਾਇਲੌਗ ਹੈ, ਮੈਂ ਪੜ੍ਹਿਆ ਬਹੁਤ ਸਾਲ ਪਹਿਲੇ, ਬੜਾ ਅੱਛਾ ਲੱਗਿਆ। ਉਹਦਾ ਰੈਫਰੈਂਸ ਮੈਂ ਆਪ ਨਾਲ ਦਿੰਦਾ ਹਾਂ। ਇੱਕ ਡਾਇਲੌਗ ਚੱਲਦਾ ਹੈ, ਉਹ ਪੁੱਛਦਾ ਹੈ ਕਿ ਹਨੇਰਾ ਹੈ, ਹੁਣ ਜੋਤ ਕਿਵੇਂ ਜਗਾਈਏ? ਤਾਂ ਜਵਾਬ ਦਿੰਦਾ ਹੈ ਤੁਸੀਂ ਦੀਵਾ ਬਾਲ ਲਓ। ਉਹ ਕਹਿੰਦਾ ਦੀਵਾ ਨਹੀਂ ਹੈ, ਕਹਿੰਦਾ ਫਿਰ ਕੁਝ ਘਾਹ ਲੈ ਆਓ, ਉਹ ਜਲਾ ਲਓ। ਕਹਿੰਦਾ ਘਾਹ ਵੀ ਨਹੀਂ ਹੈ। ਫਿਰ ਉਹ ਕਹਿੰਦਾ ਹੈ ਦੋ ਪੱਥਰਾਂ ਨੂੰ ਟਕਰਾ ਕੇ ਕੁਝ ਹੋਰ ਜਲਾ ਲਓ, ਲੱਕੜੀ ਜਲਾ ਲਓ। ਹਨੇਰੇ ਨੂੰ ਹਟਾਉਣਾ ਹੈ, ਪ੍ਰਕਾਸ਼ ਕਰਨਾ ਹੈ। ਕਹਿੰਦਾ ਉਹ ਵੀ ਨਹੀਂ ਹੈ। ਤਾਂ ਫਿਰ ਡਾਇਲੌਗ ਦੇ ਅਖੀਰ ਵਿੱਚ ਉਹ ਕਹਿੰਦਾ ਹੈ ਬੋਲ ਕੇ ਜਦੋਂ ਹਨੇਰਾ ਹੈ ਤਾਂ ਬੋਲਣਾ ਪ੍ਰਕਾਸ਼ ਹੈ। ਅਸੀਂ ਬਚਪਨ ਵਿੱਚ ਖੇਡਦੇ ਸੀ, ਛੁਪਨ ਛੁਪਾਈ ਕਹਿੰਦੇ ਸੀ। ਤਾਂ ਇੱਕ ਜਣਾ ਆਵਾਜ਼ ਮਾਰਦਾ ਸੀ, ਮੈਂ ਇੱਥੇ ਹਾਂ। ਹਨੇਰੇ ਦੇ ਵਿੱਚ
ਉਸ ਦਾ ਬੋਲਣਾ ਦੱਸਦਾ ਸੀ ਉਹ ਕਿੱਥੇ ਹੈ। ਹਨੇਰੇ ਦੇ ਵਿੱਚ ਸ਼ਬਦ ਪ੍ਰਕਾਸ਼ ਬਣ ਜਾਂਦਾ ਹੈ। ਮੇਰਾ ਮਨ ਹਨੇਰੇ ਦੇ ਵਿੱਚ ਹੈ। ਗੁਰੂ ਦੇ ਸ਼ਬਦ ਨਾਲ ਜੁੜਨ ਨਾਲ ਉਹ ਪ੍ਰਕਾਸ਼ ਵੱਲ ਮੈਨੂੰ ਲੈ ਜਾਏਗਾ। ਸ਼ਬਦ ਇਨਫਾਈਨਾਈਟ ਡਾਇਮੈਂਸ਼ਨ ਹੈ, ਨਿਰੰਕਾਰ ਸ਼ਬਦ ਹੈ। ਗੁਰੂ ਕਹਿੰਦਾ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਮੈਨੂੰ ਮਨ ਨੂੰ ਇਕਾਗਰ ਕਰਨਾ ਮੇਰੇ ਹੱਥ ਵਿੱਚ ਹੈ। ਮੈਂ ਸੁਰਤ ਜਾਣ ਸਕਦਾ ਹਾਂ, ਮਨ ਨੂੰ ਸ਼ਾਂਤ ਕਰਾਂ, ਥਾਟਲੈਸ ਹੋ ਜਾਵਾਂ। ਵੈਸੇ ਤਾਂ ਆਪਣੇ ਆਪ ਵਿੱਚ ਅੱਜ ਦੇ ਦਿਨ ਵਿੱਚ ਉਹ ਬਹੁਤ ਮੁਸ਼ਕਿਲ ਵਿਧੀ ਹੈ, ਪਰ ਸੁਰਤ ਨੂੰ ਮੈਂ ਜਾਣ ਸਕਦਾ ਹਾਂ। ਸੁਰਤ ਮੇਰਾ ਇਕਾਗਰ ਮਾਈਂਡ ਹੈ, ਪਰ ਗੁਰੂ ਨੂੰ ਮੈਂ ਨਹੀਂ ਜਾਣ ਪਾਵਾਂਗਾ। ਗੁਰੂ ਨੂੰ ਮੈਂ ਤਾਂ ਹੀ ਜਾਣ ਪਾਵਾਂਗਾ ਜਦੋਂ ਮੈਂ ਸੁਰਤ ਔਰ ਸ਼ਬਦ ਨੂੰ ਮਿਲਾकर ਸ਼ਬਦ ਦੀ ਉਸ ਅਵਸਥਾ ਵੱਲ ਚਲੇ ਜਾਵਾਂ ਜਿੱਥੇ ਮੈਨੂੰ ਸ਼ਬਦ ਸੁਣਾਏਗਾ, ਮੈਂ ਨਹੀਂ ਸ਼ਬਦ ਬੋਲਾਂਗਾ। ਗੁਰੂ ਸ਼ਬਦ ਸੁਣਾ ਰਿਹਾ ਹੈ। ਇਹਦਾ ਕੀ ਮਤਲਬ ਮਹਾਰਾਜ? ਇੱਥੋਂ ਮੈਨੂੰ ਇਹ ਸਮਝ ਆਉਂਦਾ ਹੈ ਕਿ ਜਦੋਂ ਮੈਂ ਈਗੋਲੈਸ ਮਾਈਂਡ ਵਿੱਚ ਚਲਾ ਜਾਂਦਾ ਹਾਂ, ਅਭਿਆਸ ਵਿੱਚ, ਤਾਂ ਮੈਂ ਨਹੀਂ ਬੋਲ ਰਿਹਾ ਸ਼ਬਦ, ਸੁਣ ਰਿਹਾ ਹਾਂ ਸ਼ਬਦ। ਚਾਬੀ ਹੈ ਜੀਵਨ ਦੀ। ਅਸੀਂ ਨਿਰੰਕਾਰ ਨੂੰ ਹਰ ਜਗ੍ਹਾ ਦੇਖਣਾ ਚਾਹੁੰਦੇ ਹਾਂ। ਅਗਰ ਮੂਵਮੈਂਟ ਤੇ ਬਿਯੋਂਡ ਇੱਕ ਜੀਵਨ ਨੂੰ ਜਾਣਨਾ ਚਾਹੁੰਦੇ ਹਾਂ, ਮੌਤ ਤੋਂ ਪਰੇ ਕੀ ਹੈ ਉਹ ਜੀਂਦੇ ਜੀ ਐਕਸਪੀਰੀਅੰਸ ਕਰਨਾ ਚਾਹੁੰਦੇ ਹਾਂ, ਇਹ ਰਸਤਾ ਹੈ। ਸ਼ਬਦ ਨਾਲ ਮਨ ਨੂੰ ਇਕਾਗਰ ਕਰਨਾ। ਗੁਰੂ ਫਿਰ ਕਿਰਪਾ ਬਖਸ਼ਦਾ ਹੈ ਸ਼ਬਦ ਦੇ ਜ਼ਰੀਏ। ਸ਼ਬਦ ਜਿਸ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜਾਣਦੇ ਹਾਂ, ਰਿਵੀਲਡ ਸ਼ਬਦ ਹੈ, ਗੁਰੂ ਦੀ ਮੋਹਰ ਲੱਗੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਨਿਰੰਕਾਰ ਸ਼ਬਦ ਰਾਹੀਂ ਸਾਹਿਬ ਨੂੰ ਪ੍ਰਗਟ ਹੈ। ਇਹ ਸ਼ਬਦ ਦੀ ਦੂਸਰੀ ਡਾਇਮੈਂਸ਼ਨ ਹੈ। ਮਹਾਰਾਜ ਦੀ ਕਿਰਪਾ ਹੈ। ਇਸ ਸ਼ਬਦ ਦੇ ਰਾਹੀਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਮਿਲ ਸਕਦੇ ਹਾਂ। ਸ਼ਬਦ ਹਉਮੈ ਤੋਂ ਪਰੇ ਲਿਜਾ ਸਕਦਾ ਹੈ ਸਾਨੂੰ। ਹਉਮੈ ਸ਼ਬਦ ਜਲਾਏ। ਮੈਂ ਸ਼ਬਦ ਦੇ ਵਿੱਚ ਉਤਰ ਕੇ ਇਸ ਹਉਮੈ ਨੂੰ ਮਾਰ ਸਕਦਾ ਹਾਂ, ਇਹਦੇ ਬਿਯੋਂਡ ਦੀ ਸਟੇਟ ਨੂੰ ਜਾਣ ਸਕਦਾ ਹਾਂ। ਅਸੀਂ ਸਾਰੇ ਜਾਣ ਸਕਦੇ ਹਾਂ। ਮਿਹਨਤ ਦੀ ਲੋੜ ਤਾਂ ਹੈ, ਸੰਗਤ ਦੀ ਲੋੜ ਵੀ ਹੈ, ਅਰਦਾਸ ਵੀ ਚਾਹੀਦੀ ਹੈ। ਗੁਰੂ ਕਹਿੰਦੇ ਹਨ ਕਿਰਪਾ ਉਹਦੀ ਚਾਹੀਦੀ ਹੈ, ਉਹਦਾ ਸ਼ਬਦ ਕਮਾ ਲਈਏ, ਮਨ ਦੀ ਉਸ ਅਵਸਥਾ ਵਿੱਚ ਚਲੇ ਜਾਈਏ ਜਿੱਥੇ ਮੈਂ ਨਹੀਂ ਹਾਂ। ਤਾਂ ਫਿਰ ਕੀ ਹੋਏਗਾ ਮਹਾਰਾਜ? ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਏ। ਹਉਮੈ ਗਿਰ ਗਈ ਤਾਂ ਦੁੱਖ ਚਲਾ ਗਿਆ, ਸਫ਼ਰ ਖਤਮ ਹੋ ਗਿਆ। ਉਹਦੇ ਬਾਹਰ ਦੇਖਣਾ ਸ਼ੁਰੂ ਕਰ ਦਿੱਤਾ। ਉਸ ਸ਼ਹਿਰ ਦੇ ਵਿੱਚ ਵਸ ਗਏ ਜਿੱਥੇ ਗਮ ਨਹੀਂ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੈ ਠਾਉ। ਉਨਮਨ ਦੀ ਅਵਸਥਾ ਜਾਣ ਲਿਆ। ਬਾਣੀ ਵਿੱਚ 3 ਸਟੇਟ ਆਫ ਮਾਈਂਡ ਦੱਸੀਆਂ ਹਨ, ਜਾਗਰਤ, ਸੁਪਨ, ਸੁਖੋਪਤ, ਤੁਰੀਆ। ਜਾਗਰਤ ਅਵੇਕਨਡ ਮਾਈਂਡ, ਸੁਪਨੇ ਦਾ ਮਾਈਂਡ ਸੁਪਨ, ਔਰ ਸੁਖੋਪਤ ਜਦੋਂ ਅਸੀਂ ਡੀਪ ਸਟੇਟ ਆਫ ਸਲੀਪ ਚਲੇ ਜਾਂਦੇ ਹਾਂ। ਰੈਂਡਮ ਆਈ ਮੂਵਮੈਂਟ ਨਹੀਂ ਹੁੰਦੀ, ਜੁੜੇ ਹੁੰਦੇ ਹਾਂ। ਔਰ ਫਿਰ ਇਹਨਾਂ ਤਿੰਨਾਂ ਤੋਂ ਪਰੇ ਜਿੱਥੇ ਮੈਂ ਹਾਂ ਹੀ ਨਹੀਂ, ਉਨਮਨ ਦੀ ਅਵਸਥਾ ਨੂੰ ਤੁਰੀਆ ਕਿਹਾ ਹੈ। ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਏ। ਸ਼ਬਦ ਨਾਲ ਮਨ ਨੂੰ ਜੋੜਨਾ, ਹਉਮੈ ਨੂੰ ਘੇਰਨਾ, ਕਿਰਪਾ ਦੇ ਨਾਲ ਜੁੜ ਜਾਣਾ ਸ਼ਬਦ ਦੀ। ਇਹ ਦੁੱਖ ਨੂੰ ਖਤਮ ਕਰਨ ਦੀ ਵਿਧੀ ਹੈ। ਪੌੜੀ
ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਸੇਵਾ ਸਿਰਫ ਤਾਂ ਹੀ ਹੋ ਸਕਦੀ ਹੈ ਜਦੋਂ ਸਿਮਰਨ ਹੋਏ ਮਨ ਵਿੱਚ, ਨਹੀਂ ਤਾਂ ਵਪਾਰ ਹੀ ਹੋਏਗਾ। ਹਉਮੈ ਦੇ ਵਿੱਚ ਸੇਵਾ ਨਹੀਂ ਹੋ ਸਕਦੀ ਹੈ। ਮੈਂ ਹਾਂ, ਮੈਂ ਦੇਣ ਵਾਲਾ ਹਾਂ, ਇਹ ਵਪਾਰ ਵਿੱਚ ਚੱਲੇਗਾ ਹੀ ਚੱਲੇਗਾ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਜਿਨ੍ਹਾਂ ਨੇ ਸਿਮਰਨ, ਨਾਮ, ਪ੍ਰੇਮ ਦੇ ਨਾਲ ਕਾਰਜ ਕੀਤਾ ਹੈ, ਉਹਨਾਂ ਨੇ ਸੇਵਾ ਕੀਤੀ ਹੈ। ਸੰਤੋਖ ਜਾਣ ਲਿਆ ਹੈ ਮਹਾਰਾਜ, ਤ੍ਰਿਪਤ ਹੋ ਗਿਆ ਹੈ ਮਨ। ਨਾਨਕ ਤ੍ਰਿਪਤ ਅਗਾਈ, ਪੂਰੀ ਤਰ੍ਹਾਂ ਮਨ ਭਰ ਗਿਆ ਹੈ ਪ੍ਰੇਮ ਨਾਲ। ਅਨਕੰਡੀਸ਼ਨਡ ਪ੍ਰੇਮ, ਜਿਸ ਨੂੰ ਮਹਾਰਾਜ 10ਵੇਂ ਗੁਰੂ ਨਾਨਕ ਸਾਨੂੰ ਆਦੇਸ਼ ਨਾਲ ਕਹਿੰਦੇ ਹਨ, ਸਾਚ ਕਹੂੰ ਮੈਂ ਸੁਣ ਲਿਓ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਉਸੇ ਪ੍ਰੇਮ ਦੀ ਗੱਲ ਹੈ ਜਿਹੜਾ ਸਦਾ ਲਈ ਸਾਡੇ ਨਾਲ ਹੈ। ਇਸ ਮਨ ਦੀ ਅਵਸਥਾ ਦੀ ਗੱਲ ਕਰਦੇ ਹਨ ਜਿੱਥੇ ਸੰਤੋਖ ਹੈ, ਮਨ ਆਜ਼ਾਦ ਹੈ, ਜਿੱਥੇ ਨਿਰਭਉ ਔਰ ਨਿਰਵੈਰ ਮਨ ਦੀ ਅਵਸਥਾ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਹਨ ਫਿਰ ਕੀ ਹੁੰਦਾ ਹੈ, ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਉਹੀ ਫਿਰ ਧਰਮ ਨੂੰ ਜਾਣ ਸਕਦੇ ਹਨ। ਉਹਨਾਂ ਦੇ ਪੈਰ ਫਿਰ ਗਲਤ ਰਸਤੇ ਨਹੀਂ ਜਾਂਦੇ ਹਨ। ਇਸ ਕਰਕੇ ਨਹੀਂ ਕਿ ਉਹਨਾਂ ਨੂੰ ਜ਼ਿਆਦਾ ਗਿਆਨ ਹੈ, ਇਸ ਕਰਕੇ ਨਹੀਂ ਕਿ ਉਹ ਜ਼ਿਆਦਾ ਚਲਾਕ ਹਨ, ਵਾਈਜ਼ ਹਨ, ਪਰ ਇਹ ਤੇ ਸਭ ਵਿਜ਼ਡਮ ਔਰ ਫੂਲਿਸ਼ਨੈਸ ਮਹਾਰਾਜ ਨੇ ਸਾਨੂੰ ਦੱਸ ਦਿੱਤਾ ਕਿ ਹਉਮੈ ਦੀ ਸਟੇਟ ਹੈ। ਮੂਰਖ ਔਰ ਸਿਆਣਾ ਇਹ ਸਭ ਹਉਮੈ ਦੇ ਅੰਦਰ ਹੈ। ਫਿਰ ਕੀ ਹੈ ਮਹਾਰਾਜ? ਇਹ ਸੇਵਾ ਪ੍ਰੇਮ ਕਰਕੇ ਹੈ। ਜਿਨ੍ਹਾਂ ਨੇ ਸੱਚ ਦਾ ਧਿਆਨ ਕੀਤਾ ਹੈ, ਸ਼ਬਦ ਦੇ ਧਿਆਨ ਵਿੱਚ ਮਨ ਨੂੰ ਉਤਾਰਿਆ ਹੈ, ਉਹਨਾਂ ਦਾ ਮਨ ਸ਼ੁੱਧ ਹੁੰਦਾ ਗਿਆ ਹੈ। ਸੁਕ੍ਰਿਤ ਧਰਮ ਕਮਾਇਆ। ਇਹਦੇ ਗੁਣ ਸਾਰੇ ਨਿਰੰਕਾਰ ਤੋਂ ਆਉਂਦੇ ਹਨ, ਮੇਰੇ ਕਰਨ ਤੋਂ ਨਹੀਂ ਆਉਂਦੇ ਹਨ। ਜਪਜੀ ਸਾਹਿਬ ਵਿੱਚ ਸਾਨੂੰ ਸਾਹਿਬ ਨੇ ਸਮਝਾਇਆ ਹੈ, ਗੁਣਵੰਤਿਆ ਗੁਣ ਦੇ। ਸਭ ਗੁਣ ਉਸੇ ਤੋਂ ਆ ਰਹੇ ਹਨ ਔਰ ਉਸ ਦੇ ਧਿਆਨ ਵਿੱਚ ਇਸ ਸ੍ਰਿਸ਼ਟੀ ਵਿੱਚ ਨਿਰੰਕਾਰ ਵਾਸਾ ਰੱਖਦਾ ਹੈ। ਮੈਂ ਕੀ ਹਾਂ ਅਸਲ ਵਿੱਚ? ਅਗਰ ਤੁਰਿਆ ਦੀ ਗੱਲ ਅਸੀਂ ਵਿਚਾਰ ਹੀ ਲਈਏ ਤਾਂ ਬਾਣੀ ਵਿੱਚ ਕਹਿੰਦੇ ਹਨ, ਮੈਂ ਨਾਹੀਂ ਕੁਛ ਹਾਂ ਨਹੀਂ, ਮੈਂ ਤਾਂ ਕੁਛ ਵੀ ਨਹੀਂ ਹਾਂ। ਇਹ ਸਭ ਕੁਛ ਨਿਰੰਕਾਰ ਦੀ ਖੇਡ ਹੈ। ਹਉਮੈ ਕਰਕੇ ਮੈਂ ਇਸ ਤੋਂ ਟੁੱਟਿਆ ਹੋਇਆ ਹਾਂ, ਪਰ ਅਸਲ ਵਿੱਚ ਮੈਂ ਕੋਈ ਪਰਮਾਨੈਂਟ ਐਂਟਿਟੀ ਨਹੀਂ ਹਾਂ। ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਉਨੀ ਦੁਨੀਆ ਤੋੜੇ ਬੰਧਨਾ, ਦੁਨੀਆ ਦੇ ਸਾਰੇ ਬੰਧਨ ਤੋੜ ਦਿੱਤੇ ਹਨ। ਜਾਂ ਇਸ ਤਰ੍ਹਾਂ ਸਮਝੀਏ ਕਿ ਜਿਤਨੇ ਵੀ ਇਹੋ ਜਿਹੇ ਜਨਾਂ ਦੇ ਬੰਧਨ ਹਨ ਉਹ ਆਜ਼ਾਦ ਹਨ, ਮੁਕਤ ਹਨ। ਤਾਂ ਉਹ ਆਪਣੇ ਨਾਲ ਜਿਤਨੇ ਵੀ ਉਹਨਾਂ ਦੇ ਅਟੈਚਮੈਂਟਸ ਹਨ ਉਹਨਾਂ ਨੂੰ ਵੀ ਆਜ਼ਾਦ ਕਰ ਦਿੰਦੇ ਹਨ। ਅੰਨ ਪਾਣੀ ਥੋੜਾ ਖਾਇਆ। ਉਹਨਾਂ ਦਾ ਹੁਣ ਖਾਣ ਪੀਣ ਦਾ ਜੀਵਨ ਹੀ ਨਹੀਂ ਰਹਿ ਗਿਆ, ਸਿਰਫ ਉਸ ਤੋਂ ਪਾਰ ਦਾ ਜੀਵਨ ਜਾਣਿਆ ਹੈ। ਮੈਂ ਆਇਆ ਜੀਵਨ ਵਿੱਚ, ਖਾਇਆ ਪੀਆ ਔਰ ਜੀਵਨ ਖਤਮ ਹੋ ਗਿਆ। ਇੱਕ ਤ੍ਰਿਪਤ ਹੋ ਗਿਆ ਮਨ। ਮਨ ਕਰਕੇ ਸਹਿਜ ਹੋ ਗਿਆ। ਮਹਾਰਾਜ ਕਹਿੰਦੇ ਨੇ, ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੇ ਚੜ੍ਹੇ ਸਵਾਇਆ। ਉਹ ਨਿਰੰਕਾਰ ਦੀ ਬਖਸ਼ਿਸ਼ ਹੈ ਮਹਾਰਾਜ। ਤੂੰ ਸਦਾ ਹੀ ਦਿੰਦਾ ਹੈ।
ਨਿਤ ਦੇਵੇ। ਚੜ੍ਹੇ ਸਵਾਇਆ ਹਰ ਰੋਜ਼ ਉਹ ਦਿੰਦਾ ਹੀ ਰਹਿੰਦਾ ਹੈ। ਉਹਦੇ ਦੇਣ ਕਰਕੇ ਇਹ ਉਸ ਨੂੰ ਜਾਣਨ ਦਾ ਤਰੀਕਾ ਹੈ ਕਿ ਨਿਰੰਕਾਰ ਸੈਂਟਰ ਆਫ ਲਾਈਫ ਹੈ, ਮੈਂ ਨਹੀਂ ਹਾਂ। ਵਡਿਆਈ ਵੱਡਾ ਪਾਇਆ, ਉਸ ਦੀ ਵਡਿਆਈ ਦੀ ਵਿਚਾਰ, ਉਸ ਦੀ ਵਡਿਆਈ ਦਾ ਧਿਆਨ। ਗੁਰਮੁਖ ਜੀਵਨ ਹਉਮੈ ਤੋਂ ਪਰੇ ਦੇਖਣ ਦਾ ਜੀਵਨ ਹੈ। ਉਸ ਦੇ ਸ਼ਬਦ ਵਿੱਚ ਮਨ ਨੂੰ ਡਿਬੋ ਦੇਣਾ, ਹਉਮੈ ਦੇ ਸਟਰਕਚਰ ਨੂੰ ਜਾਣ ਲੈਣਾ ਕਿ ਇਹ ਇੱਕ ਟੂਲ ਹੈ ਮੇਰੇ ਜੀਵਨ ਦਾ, ਇਹ ਹਮੇਸ਼ਾ ਲਈ ਨਹੀਂ ਹੈ। ਔਰ ਇਸ ਹਉਮੈ ਵਿੱਚ ਹੀ ਜੀਕਰ ਮੈਂ ਇਸ ਦੇ ਬਿਯੋਂਡ ਦੇ ਜੀਵਨ ਨੂੰ ਨਾ ਜਾਣਾ ਤਾਂ ਮੈਂ ਇੱਕ ਨਰਕ ਵਿੱਚ ਘੁੰਮਦਾ ਰਹਾਂਗਾ ਸਦਾ ਹੀ। ਉਸ ਦੀ ਵਡਿਆਈ ਦੇ ਧਿਆਨ ਵਿੱਚ, ਉਹਦੇ ਸ਼ਬਦ ਦੇ ਧਿਆਨ ਵਿੱਚ ਵੱਡੇ ਨੂੰ ਪਾ ਲਵਾਂਗੇ ਮਹਾਰਾਜ। ਧੰਨ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਹਜ਼ੂਰ, ਕਿਰਪਾ ਹੈ ਇਹੋ ਜਿਹੇ ਡੂੰਘੀ ਵਿਚਾਰ ਦੇ ਪੌੜੀ ਅਸੀਂ ਅੱਜ ਵਿਚਾਰੀ। ਮਹਾਰਾਜ ਨੇ ਜੀਵਨ ਸਮਝਾ ਦਿੱਤਾ ਹੈ ਕੀ ਹੈ, ਦੁੱਖ ਸੁੱਖ, ਲੈਣ ਦੇਣ, ਚੰਗਾ ਮਾੜਾ, ਸਿਆਣਾ ਮੂਰਖ, ਇਹ ਸਾਰੇ ਚੇਂਜ ਤੋਂ ਬਿਯੋਂਡ ਕੀ ਹੈ ਇਹ ਦੱਸਿਆ ਹੈ। ਮੌਲਾਨਾ ਰੂਮੀ ਵੀ ਕਹਿੰਦੇ ਸੀ ਇੱਕ ਵਾਰ, ਕਹਿੰਦੇ ਬਿਯੋਂਡ ਗੁੱਡ ਐਂਡ ਬੈਡ ਦੇਰ ਇਜ਼ ਅ ਗਾਰਡਨ, ਮੀਟ ਮੀ ਦੇਰ। ਇਸ ਹਉਮੈ ਤੋਂ ਪਰੇ ਇੱਕ ਜੀਵਨ ਹੈ ਮਹਾਰਾਜ। ਗੁਰੂ ਨਾਨਕ ਸਾਹਿਬ ਉੱਥੇ ਹੀ ਵਸਦੇ ਹਨ, ਸਾਨੂੰ ਉੱਥੇ ਜਾਣ ਵੱਲ ਪ੍ਰੇਰਦੇ ਹਨ। ਇਹ ਜਿਹੜੀਆਂ ਪੌੜੀਆਂ ਅਸੀਂ ਪਹਿਲੇ ਆਸਾ ਦੀ ਵਾਰ ਦੀਆਂ ਦਰਸ਼ਨ ਕੀਤੀਆਂ, ਇਹ ਉਸੇ ਦੀ ਨਿਗਾਹ ਵੱਲ ਹਨ। ਉਹ ਵੱਡਾ ਹੈ, ਉਹ ਸੱਚਾ ਹੈ, ਉਹਦੇ ਭੈ ਵਿੱਚ ਸਭ ਕੁਝ ਚੱਲ ਰਿਹਾ ਹੈ। ਮੈਂ ਨਹੀਂ ਕਿਛ ਹਾਉ ਨਹੀਂ, ਕਿਛ ਆਹੇ ਨਾ ਮੋਰਾ। ਬਹੁਤ ਦੂਰ ਦੀ ਅਵਸਥਾ ਹੈ, ਪਰ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਦੀ ਕਿਰਪਾ ਦੀ ਉਡੀਕ ਵਿੱਚ ਇਹ ਅਰਦਾਸ ਕਰੀਏ ਕਿ ਮਹਾਰਾਜ ਸਾਨੂੰ ਵੀ ਕੋਈ ਨਦਰ ਹੋਏ, ਅਸੀਂ ਕਦੇ ਸੁਕ੍ਰਿਤ ਕਰਮ ਕਮਾ ਸਕੀਏ, ਨਹੀਂ ਕਮਾ ਪਾ ਰਹੇ। ਮੇਰਾ ਮਨ ਮੈਲਾ ਹੈ, ਮੈਂ ਸੱਤ ਵੱਲ ਨਹੀਂ ਟੁਰ ਪਾ ਰਿਹਾ। ਮਹਾਰਾਜ ਕਿਰਪਾ ਕਰਨ, ਅੱਜ ਦੀ ਵਿਚਾਰ ਇੰਨੀ ਪ੍ਰਵਾਨ ਕਰਨਾ। ਮਹਾਰਾਜ ਮੇਰੀ ਭੁੱਲਾਂ ਖਿਮਾ ਕਰ ਦੇਣਾ। ਆਪ ਸਭ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।